ਦੁਖ ਅਤ ਭਾਰੀ ਰਾਮ, ਦੁਖ ਅਤ ਭਾਰੀ ਰਾਮ। ਪਵਰਾ ਫੂਲੇ ਪਵਨ ਤਿਆ, ਪਵਨ ਤਿਆ, ਦੁਖ ਅਤ ਭਾਰੀ ਰਾਮ, ਦੁਖ ਅਤ ਭਾਰੀ ਰਾਮ। ਗੁਰੂ ਬਾਬੇ ਨਾਨਕ ਦੇ ਦਰਸ਼ਨ ਅਸੀਂ ਸ਼ਬਦ ਰਾਹੀਂ ਕਰ ਰਹੇ ਹਾਂ। ਮਹੱਲੇ ਪਹਿਲੇ ਦਾ ਸ਼ਬਦ ਹੈ, ਔਰ ਦੁਨੀਆ 'ਚ ਐਸੀ ਮਾਇਆ ਵਿਆਪੀ ਹੈ ਸਾਰੀ ਦੁਨੀਆ ਤੇ ਭਈ ਬਾਬਾ ਨਾਨਕ ਲਿਖਦਾ, ਰੂਪੀ ਭੁੱਖ ਨਾ ਉਤਰੀ, ਜਾਂ ਦੇਖਾਂ ਤਾਂ ਭੁੱਖ। ਜਿੰਨਾ ਰੂਪ ਨੂੰ ਤੂੰ ਹੋਰ ਦੇਖੇਂਗਾ ਉਨਾ ਤੇਰੀ ਅੰਦਰਲੀ ਹੋਰ ਅੱਗ ਮਚਣੀ ਹੈ। ਰੂਪੀ ਬਾਬੇ ਦੇ ਵੈਣ ਉਹ 'ਚ ਹੱਦੀ ਵੈਣ, ਔਰ ਉਹ ਮੁਸਲਮਾਨ ਲਿਖਾਰੀ ਲਿਖ ਰਹੇ ਨੇ ਉਹਨਾਂ ਬਾਬਤ ਜਿਹਨਾਂ ਨੇ ਸਾਹਮਣੇ ਦੇਖਿਆ ਸੀ ਉਹਨਾਂ ਨੂੰ। ਸੱਤਾ ਜੀ ਤੇ ਬਲਵੰਡਾ ਜੀ ਆਪਣੀ ਵਾਰ 'ਚ ਕਹਿੰਦੇ ਭਈ ਨਾਨਕ ਈਸਰ ਜਗਨਨਾਥ ਉਹ 'ਚ ਹੱਦੀ ਵੈਣ ਵੇਰਕੇ ਆਉਣ। ਉਹਨਾਂ ਮੁਸਲਮਾਨਾਂ ਨੇ ਸਮਝਿਆ ਉਹਨਾਂ ਨੂੰ। ਸੱਤਾ ਜੀ ਤੇ ਬਲਵੰਡਾ ਜੀ ਜਿਹਨਾਂ ਦੀ ਸਟੋਰੀ ਬਣਾਤੀ ਵੀ ਉਹਨਾਂ ਨਾਲ ਮਰਾਸੀ ਸੀ, ਕੁੜੀ ਦਾ ਵਿਆਹ ਕਰਨਾ ਸੀ ਤੇ ਚੜਾਵਾ ਦਿਨ ਘੱਟ ਚੜਿਆ ਤੇ ਉਹ ਮਰਾਸੀ ਰੁੱਸ ਗਏ। ਫਿਰ ਉਹਨਾਂ ਨੂੰ ਸਰਾਫ ਦਿੱਤਾ ਵੀ ਤੁਸੀਂ ਆਏ ਨਹੀਂ, ਤੇ ਉਹਨਾਂ ਨੂੰ ਕੋੜ ਪੈ ਗਿਆ। ਦੇਖੋ ਤੁਸੀਂ ਸਾਡਾ ਇਤਿਹਾਸ। ਉਹ ਵਿਚਾਰੇ ਫਿਰ ਉਹਨੂੰ ਗੁਰੂ ਅਰਜਨ ਪਾਤਸ਼ਾਹ ਪਹਿਲਾਂ ਮਨਾਉਣ ਗਏ, ਪਹਿਲਾਂ ਬਾਬੇ ਬੁੱਢੇ ਨੂੰ ਭੇਜਿਆ, ਉਹ ਮਰਾਸੀ ਤਾਂ ਵੀ ਨਾ ਮੰਨੇ। ਭਾਈ ਗੁਰਦਾਸ ਨੂੰ ਭੇਜਿਆ, ਮਰਾਸੀ ਤਾਂ ਵੀ ਨਾ ਘਰੋਂ ਆਏ। ਸਵੇਰੇ ਸੰਗਤ ਡੀਕਣ ਡਈ ਵੀ। ਆਖਰ ਹਾਰ ਕੇ ਗੁਰੂ ਅਰਜਨ ਦੇਵ, ਜਦੋਂ ਭਾਈ ਗੁਰਦਾਸ ਗਿਆ, ਗੁਰੂ ਅਰਜਨ ਦੇਵ ਜੀ ਗਏ। ਜਿੱਦਾਂ ਇਹਨਾਂ ਨੇ ਸਾਰੀ ਸਟੋਰੀ ਦੇਖੀ ਹੋਵੇ, ਬਾਬੇ ਦਾ ਟਾਈਮ ਦੇਖੋ ਔਰ ਇਤਿਹਾਸ ਲਿਖਣ ਵਾਲੇ ਦੇਖੋ। ਔਰ ਜਦੋਂ ਗੁਰੂ ਅਰਜਨ ਦੇਵ ਜੀ ਗਏ, ਉਹਨਾਂ ਨੇ ਤਾਨਾ ਮਾਰਿਆ, ਜਾ ਤੇਰੇ ਬਾਬੇ ਨਾਨਕ ਦੀ ਵਡਿਆਈ ਵੀ ਤੇ ਸਾਡੇ ਮਰਦਾਨੇ ਕਰਕੇ ਹੀ ਸੀ, ਨਹੀਂ ਤੇ ਉਹਨੂੰ ਕਿਹਨੇ ਪੁੱਛਣਾ ਸੀ। ਉਹਨਾਂ ਨੇ ਕਿਹਾ ਜਾਏ ਫਿੱਟ ਗਏ ਨੇ ਮਰਾਸੀ, ਜਿੱਦਾਂ ਮਹਾਰਾਜ ਨੂੰ ਸਰਾਫ ਦਿੱਤਾ ਹੋਏ। ਇਤਿਹਾਸ ਹੈ ਹੁਣ ਦਾ, ਸਾਰੇ ਕਹਿ ਰਿਹਾ। ਹੁਣ ਅਸੀਂ ਰੱਦ ਕਰ ਰਹੇ ਇਸੇ ਕਰਕੇ, ਜਦੋਂ ਗਿਆਨ ਦੇਖਦੇ ਹਾਂ ਉਹਨਾਂ ਬੰਦਿਆਂ ਦਾ ਐਡਾ ਉੱਚਾ, ਔਰ ਉਹ ਬ੍ਰਹਮ ਗਿਆਨੀ ਸੀ। ਐਡੇ ਉੱਚੇ ਵੈਣ ਲਿਖੇ ਜਿਹਦਾ ਤੁਸੀਂ ਪ੍ਰਕਾਸ਼ ਕਰਕੇ ਰੋਜ਼ ਪੜ੍ਹਦੇ ਹੋ। ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ, ਪਰਸ਼ੀਅਨ ਦੇ ਲਫ਼ਜ਼ ਹੈ ਪਾਪਾ, ਅਰਸ਼ੋਂ ਕੁਰਸ਼ੋਂ ਝਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਏ ਰੋਜ਼। ਔਰ ਉਹਦੀ ਨਿੰਦਿਆ ਕਰ ਰਹੇ ਨੇ, ਜਿਹਦੀ ਬਾਣੀ ਮੂੰਹ ਨਾਲ ਪੜ੍ਹ ਰਹੇ ਨੇ। ਉਹ ਹੀ ਲੋਕ ਰਾਗੀ ਲੋਕ ਹੀ। ਗੁਰੂ ਅਰਜਨ ਪਾਤਸ਼ਾਹ ਨੇ ਕਿਹਾ, ਫੜੋ ਸਿੱਖੋ ਸਰੰਦੇ, ਅੱਜ ਤੋਂ ਮੈਂ ਰਾਗ ਮਰਾਸੀਆਂ ਕੋਲੋਂ ਖੋਹ ਕੇ ਤੇ ਤੁਹਾਨੂੰ ਦੇ ਦਿੱਤਾ। ਦੇਖੋ ਤੁਸੀਂ। ਔਰ ਉੱਥੋਂ ਬਾਅਦ ਉਹ ਆਪਣਾ ਲਿਖਦੇ ਨੇ, ਉਹਨਾਂ ਨੇ ਸਾਹਮਣੇ ਦੇਖਿਆ ਉਹਨਾਂ ਨੇ। ਔਰ ਫਿਰ ਉਹ ਫਿੱਟ ਗਏ। ਫਿਰ ਕਹਿੰਦੇ ਉਹ ਦਰਬਾਰ 'ਚ ਆਏ ਤੇ ਅੰਦਰ ਨਾ ਆਉਣ ਦੇਣ, ਤੇ ਅੰਦਰ ਬਾਹਰ ਹੀ ਬੈਠੇ ਕਰਲਾਉਣ। ਕੋੜ ਪੈ ਗਿਆ। ਬਾਬੇ ਨੇ ਕਿਹਾ, ਭਾਈ ਜੇ ਸਮੂਹ ਦੇ ਨਾਲ ਤੁਸੀਂ ਨਿੰਦਿਆ ਕੀਤੀ ਹੈ ਗੁਰੂ ਬਾਬਾ ਨਾਨਕ ਦੇਵ ਜੀ ਦੀ, ਉਸੇ ਮੂੰਹ ਨਾਲ ਹੁਣ ਸਿਫਤ ਕਰੋਗੇ ਤਾਂ ਤਰੋਗੇ। ਤਾਂ ਇਹ ਵਾਰ ਲਿਖੀ ਉਹਨਾਂ ਨਾਲ। ਔਰ ਐਡਾ ਇਤਿਹਾਸ ਗਲਤ ਔਰ ਐਸੀ
ਮਤਲਬ ਅਸੀਂ ਪਹਿਲੀ ਵਾਰੀ ਇਹ ਸਾਰਾ ਚੈਪਟਰ ਖੋਲ੍ਹਿਆ ਕਈ ਸਾਲ ਪਹਿਲਾਂ, ਔਰ ਦੁਨੀਆ, ਮੈਂ ਕਿਹਾ ਉਸੇ ਉਹਨਾਂ ਦੀ ਬਾਣੀ ਨਹੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਦੇ ਹੋਵੇ ਸਿਫਤ ਕਸਮ ਦੀ। ਐਡੇ ਬੱਚੇ, ਉਹ ਬ੍ਰਹਮ ਗਿਆਨੀ ਸੀ। ਔਰ ਮਰਦਾਨਾ ਜੀ ਜਿਹੜੇ ਤੁਸੀਂ ਉਹਨਾਂ ਨੂੰ ਮਰਾਸੀ ਔਰ ਉਹਦਾ ਮਖੌਲ ਅੜਾਇਆ ਸਾਰੀਆਂ ਜਨਮ ਸਾਖੀਆਂ 'ਚ, ਔਰ ਸਾਰੇ ਭਾਈ ਵੀਰ ਸਿੰਘ ਦੇ ਵੀ ਚਮਤਕਾਰ ਔਰ ਸੂਰਜ ਪ੍ਰਕਾਸ਼ ਦੀਆਂ ਕਹਾਣੀਆਂ 'ਚ ਬਾਬੇ ਮਰਦਾਨਾ ਜੀ ਦਾ ਤਾਸ਼ ਦਾ ਜੌਕਰ ਬਣਾਇਆ ਹਸਾਉਣ ਲਈ। ਉਹ ਜਿੱਥੇ ਹਸਾਉਣਾ ਹੋਏ ਮਰਦਾਨੇ ਨੂੰ ਸਾਰੇ ਹੱਦ ਹੋਈ ਹੈ। ਇਤਿਹਾਸ ਪੁਰਾਣਾ ਪੜ੍ਹੋ ਤੇ ਇਹ ਸਾਰਾ ਹੁਣ ਦਾ ਹੀ। ਔਰ ਉਹਨੂੰ ਹਸਾਉਣ ਤੇ ਰੱਖਿਆ, ਜਦ ਕਿ ਨਾਨਕ ਜੋਤ, ਗੁਰੂ ਨਾਨਕ ਨੇ ਆਪਣੇ ਚੋਂ ਸਤਿਗੁਰ ਦੀ ਜੋਤ ਲਹਿਣੇ ਨੂੰ ਦੇਣ ਤੋਂ ਪਹਿਲਾਂ ਹੀ ਮਰਦਾਨਾ ਜੀ ਨੂੰ ਜੋਤ ਦਿੱਤੀ ਹੈ, ਨਾਨਕ ਜੋਤ। ਅਸੀਂ ਦੇ ਰਹੇ ਹਾਂ ਬਾਣੀ ਰਾਹੀਂ ਉਦਾਹਰਨ, ਤਾਂ ਕਿ ਕਿਸੇ ਕੌਮ ਜਾਗੇ। ਕਸੂਰ ਨਹੀਂ ਹੈ ਕਿਸੇ ਦਾ। ਇਹ ਪ੍ਰੇਮ ਪਿਆਰ 'ਚ ਐਸੀਆਂ ਕਹਾਣੀਆਂ ਬਣਾ ਲੈਣੀਆਂ। ਪਰ ਹੁਣ ਦੇ ਜ਼ਮਾਨੇ 'ਚ ਜਦ ਖੋਜ ਹੋ ਰਹੀ ਹੈ ਬਾਣੀ ਦੀ ਇੰਨੀ, ਨਾਨਕ ਛਾਪ ਮਰਦਾਨੇ ਨੂੰ ਦਿੱਤੀ ਆ। ਉਹਦਾ ਸਲੋਕ ਹੈ, ਸਲੋਕ ਮਰਦਾਨਾ। ਉਹਦੇ 'ਚ ਹੈ ਕਲ ਕਲਵਾਲੀ ਕਾਮ ਮਦ ਮਨੁਆ ਪੀਵਰ ਹਾਰ। ਐਡਾ ਉੱਚਾ ਸਲੋਕ। ਉਹ ਜਾ ਕੇ ਅਸੀਂ ਤਾਂ ਦੇ ਰਹੇ ਹਾਂ ਵੀ ਸਾਡੇ ਨੌਜਵਾਨ ਗਾਂ ਬੱਚੇ ਕੰਪਿਊਟਰਾਂ 'ਤੇ ਹੈ, ਉਂਗਲੀ ਮਾਰਨ ਜਰਾ ਇਸ ਸਲੋਕ ਦੇ ਉੱਤੇ ਲਿਖਿਆ ਸਲੋਕ ਮਰਦਾਨਾ। ਔਰ ਨਾਲ ਏਕਾ ਪਾਇਆ, ਏਕਾ ਨਹੀਂ ਹੈ, ਪਹਿਲਾ ਮਰਦਾਨਾ ਜਿਹੜਾ ਕਿ ਬਾਬੇ ਨਾਨਕ ਦੇ ਨਾਲ ਸੀ, ਮਹੱਲੇ ਪਹਿਲੇ ਦੇ ਨਾਲ। ਸਲੋਕ ਮਰਦਾਨਾ ਪਹਿਲਾ, ਕਲੇ ਕਲਵਾਲੀ ਕਾਮ ਮਾਦ ਮਨੁਆ ਪੀਵਨ ਹਾਰ। ਉਹ ਉੱਚਾ ਐਸਾ ਗਿਆਨ, ਔਰ ਉਹਨੂੰ ਨਾਨਕ ਦੀ ਛਾਪ ਪਹਿਲਾਂ ਹੀ ਮਿਲ ਗਈ ਸੀ, ਫੇਰ ਗੁਰੂ ਅੰਗਦ ਸਾਹਿਬ ਨੇ ਗਈ। ਇਸ ਕਰਕੇ ਜਿਹੜਾ ਮਰਦਾਨੇ ਦਾ ਸਲੋਕ ਔਰ ਮਰਾਸੀ ਉਹਨਾਂ ਦੀ ਕਹਾਣੀ ਬਣਾ ਦੇਣੀ, ਉਹ ਆ ਲਿਖਦੇ ਨੇ ਵੀ ਨਾਨਕ ਦੁਨੀਆ ਭਰ ਲਈ ਈਸ਼ਵਰ ਹੋਊਗਾ ਹਿੰਦੂਆਂ ਲਈ ਵੱਡਾ ਦੇਵਤਾ, ਜਗਨਨਾਥ ਜਾਂ ਸਾਰੇ ਸਾਡੇ ਲਈ ਨਾਨਕ ਹੀ ਹੈ। ਦੇਖ ਉਹਨਾਂ ਦੀ ਬਾਣੀ, ਨਾਨਕ ਜਿਹੜਾ ਹੈ ਈਸ਼ਵਰ ਜਗਨਨਾਥ, ਉਹ 'ਚ ਹੱਦੀ ਵੈਣ ਵਿਰਕੇ ਹੋਣ। ਵਿਰਕੇ ਦਾ ਵੱਲਾ ਵੇਰਕਾ ਮਾਝੇ ਦੇ ਸੀ ਇਹ ਸਾਰੇ, ਉਹਨਾਂ ਦੀ ਬੋਲੀ ਹੈ। ਤਾਂ ਉੱਥੇ ਕਹਿੰਦੇ ਆ ਕਿਉਂ ਵਿਰਕਦਾ ਤੂੰ। ਐਡਾ ਬਾਬਾ ਵਿਰਕਿਆ, ਬੋਲਿਆ ਵੈਣ, ਹੱਦਾਂ ਹੀ ਟੱਪ ਗਈਆਂ, ਸਮਝਣਾ ਹੀ ਮੁਸ਼ਕਿਲ ਹੈ। ਇਸ ਕਰਕੇ ਉਹਨਾਂ ਨੇ ਲਿਖਿਆ ਨਾਨਕ ਈਸ਼ਵਰ ਜਗਨਨਾਥ, ਇਹ ਦੁਨੀਆ ਭਰ ਦਾ ਈਸ਼ਵਰ ਹੈ। ਔਰ ਜਗਨਨਾਥ ਵਰਗੇ ਵੱਡੇ ਦੇਵਤਾਂ ਦੀ ਵੀ ਉੱਚਾ, ਔਰ ਉਹ 'ਚ ਹੱਦੀ ਵੈਣ ਵਿਰਕੇ ਹੋਣ, ਹੱਦਾਂ ਹੀ ਟੱਪ ਕੇ ਉਹਦੇ ਵੈਣ। ਔਰ ਉਹ ਫਿਰ ਜਿਹੜਾ ਸੀ ਉਹਨਾਂ ਨੇ ਲਿਖਿਆ ਵੀ ਇਹਦੇ ਵੈਣ ਆ, ਹੁਣ ਬਾਬੇ ਦਾ ਇੱਕ ਵੈਣ ਸਮਝ ਰਹੇ ਹਾਂ। ਔਰ ਸ਼ੁਰੂ ਇੱਥੋਂ ਹੁੰਦਾ ਹੈ। ਪਿਛਲਾ ਇੱਕ ਵੈਣ ਲੈ ਚੁੱਕੇ ਹਾਂ ਅਸੀਂ, ਤੂੰ ਸੁਣੇ ਹਰਨਾ ਕਾਲਿਆ, ਆ ਹੁਣ ਭਵਰਿਆ ਲਾਏ ਨੇ। ਭਵਰਾ ਫੂਲ ਪਵੰਤਿਆਂ ਦੁਖ ਅਤ ਭਾਰੀ ਰਾਮ, ਦੁਖ ਅਤ ਭਾਰੀ ਰਾਮ। ਭਵਰਾ ਫੂਲੇ ਪਵੰਤਿਆਂ ਦੁਖ ਅਤਿ ਭਾਰੀ ਰਾਮ, ਦੁਖ ਅਤਿ ਭਾਰੀ ਰਾਮ। ਗੁਰੂ ਬਾਬੇ ਦਾ ਹੀ ਲਾਈਨ ਹੈ, ਦੁਖੀ ਦੁਨੀ ਸਹੇੜੀਏ ਜਾਏ ਤਾਂ ਲੱਗੇ ਦੁੱਖ, ਰੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ, ਜੇਤੇ ਰਸ ਸਰੀਰ ਕੇ ਤੇਤੇ ਲੱਗਣ ਦੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ। ਜਿੰਨਾ ਮਰਜੀ ਰੂਪ ਦੇਖੀ ਚੱਲੋ, ਰੂਪ ਦੇ ਵਿੱਚ ਆ ਭਵਰਾ ਥਾਂ ਥਾਂ ਦੇ ਫੁੱਲ ਸੁੰਘਦਾ, ਹਰ ਇੱਕ ਦੀ ਖੁਸ਼ਬੂ ਲੈਂਦਾ, ਔਰ ਦੇਖਿਓ ਉਹਨੂੰ ਕਿੰਨਾ ਦੁੱਖ ਮਿਲਦਾ।
ਐਦਾਂ ਜੇਤੇ ਰਸ ਜਿੰਨਾ ਰੂਪ ਦੇਖਣ 'ਚ ਸਾਰੇ ਆ। ਮੈਂ ਲੇਟੈਸਟ ਮਿਸਾਲ ਦਿੰਦਾ ਹੁੰਨਾ, ਆ ਜਿਹੜਾ ਲਾਸ ਵੇਗਸ ਨਹੀਂ ਹੈ, ਉਹ ਲਾਸ ਬੋਗਸ ਹੈ। ਉੱਥੇ ਜਿੰਨ ਦੁਨੀਆ ਕਦਰੀ ਜਾਂਦੀ ਹੈ ਜੂਆ ਖੇਲਣ ਤੇ ਰੂਪ ਦੇਖਣ। ਹੋਰ ਉੱਥੇ ਕੀ ਹੈ? ਘਰ ਕੀ ਪਿਆ? ਵੈਸਟਰਨ ਹੈਮੀਸਫੇਅਰ ਪਹਿਲੇ ਔਰ ਦੂਸਰੇ ਰੋਗ 'ਚ, ਪਹਿਲੇ ਰੋਗ 'ਚ ਹੀ ਕਾਮ, ਸੈਕਸ, ਡਰੱਗਸ ਤੇ ਡਾਈਵੋਰਸ 'ਚ ਇਹ ਦੁਨੀਆ ਗਲੀ ਪਈ ਹੈ। ਇੱਧਰਲੀ ਵੈਸਟਰਨ ਹੈਮੀਸਫੀਅਰ, ਈਸਟਰਨ ਹੈਮੀਸਫੀਅਰ, ਸਾਡਾ ਜਿਹੜਾ ਹੈ ਈਸਟਰਨ ਹੈਮੀਸਫੀਅਰ, ਉੱਥੋਂ ਲਾਈਟ ਆ ਰਹੀ ਹੈ ਸ਼ਬਦਾਂ ਦੀ, ਜਿਹਨੂੰ ਲਾਈਟ ਆਫ ਏਸ਼ੀਆ ਕਿਹਾ। ਬੁੱਧ ਕਰਕੇ ਪੈਦਾ ਹੋਏ, ਆ ਗੁਰੂ ਨਾਨਕ ਕਰਕੇ ਆਇਆ, ਲਾਈਟ ਆ ਰਹੀ ਹੈ। ਉਹ ਇਹਨਾਂ ਤੋਂ ਬਚੋ। ਰੂਪ ਜਿਉਂ ਦੇਖੋਗੇ ਤੁਸੀਂ, ਅੱਗ ਨੂੰ ਪਾਣੀ ਪਾ ਕੇ ਨਹੀਂ ਬੁਝਾਉਂਦੇ, ਤੁਸੀਂ ਲੱਕੜਾਂ ਪਾ ਕੇ ਬੁਝਾਉਂਦੇ ਤਾਂ ਕਿ ਹੋਰ ਬਲੇਗਾ। ਆਹ ਹੁਣ ਇਹਦਾ ਰੂਪ ਦੇਖਣ ਦਾ, ਭਵਰੇ ਦਾ ਸੁੰਘਣ ਦਾ ਕਿੱਦਾਂ ਮਰਦਾ ਹੈ। ਅਸੀਂ ਉਹ ਸ਼ਬਦ ਕਿਹਨਾਂ ਦਾ, ਜਿਹਨਾਂ ਨਾਲ ਗੁਰੂ ਨਾਨਕ ਬਾਰੇ ਲਿਖਿਆ ਭਈ ਉਹ ਈਸਰ ਜਗਨਨਾਥ ਸੀ, ਉਹ 'ਚ ਹੱਦੀ ਵੈਣ ਫਿਰ ਕਿਉਂ, ਉਹਦੇ ਐਡੇ ਮੁਸ਼ਕਿਲ ਵੈਣ। ਅੱਜ ਅਸੀਂ ਉਹਦਾ ਦੂਸਰਾ ਵੈਣ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਭਵਰਾ ਫੂਲੇ ਪਵੰਤਿਆਂ, ਰੂਪ ਦੇ ਹਰ ਫੁੱਲ ਦੀ ਜਾ ਕੇ ਖੁਸ਼ਬੂ ਸੁੰਘਦਾ ਹੈ। ਭਵਰਾ ਫੂਲ ਪਵੰਤਿਆਂ, ਪਵੰਤਿਆਂ ਦੁਖ ਅਤੇ ਭਾਰੀ ਰਾਮ, ਦੁਖ ਅਤੇ ਭਾਰੀ ਰਾਮ। ਅੱਗੇ ਗੁਰ ਲਫ਼ਜ਼ ਆ ਰਿਹਾ ਹੈ, ਰਾਰੇ ਨੂੰ ਔਂਕੜ, ਔਰ ਵਿਵੇਕ ਕਰਨਾ, ਸੋਚ ਕਰਨੀ ਹੈ ਵੀ ਬਾਬੇ ਨਾਨਕ ਦੀ ਬਾਣੀ ਹੋਏ। ਉਹ ਆਪਣੇ ਆਪ ਨੂੰ ਗੁਰ ਨਹੀਂ ਕਹਿ ਸਕਦੇ। ਇਹ ਉਹ ਗੁਰ ਹੈ ਜਿਹੜਾ ਸੱਤੇ ਗੁਰ ਹੈ, ਔਰ ਗਾਂ ਸੱਤੇ ਗੁਰ ਵੀ ਆਏਗਾ ਇਸੇ ਵਿੱਚ। ਔਰ ਕਲਮ ਹੈ ਬਾਬੇ ਨਾਨਕ ਦੀ, ਲਿਖਾਰੀ ਦੀ, ਔਰ ਉਹ ਆਪਣੇ ਆਪ ਨੂੰ ਗੁਰ ਜਾਂ ਸਤਿਗੁਰ ਨਹੀਂ ਕਹਿ ਸਕਦੇ। ਬਾਬਾ ਜੀ ਉਸ ਸਤਿਗੁਰ ਵੱਲ ਇਸ਼ਾਰਾ ਕਰ ਰਹੇ ਹੈ, ਜਿਹੜਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਵਿਨਾਸੀ ਪੁਰਖ ਹੈ, ਸਭ ਮੇਰਿਆ ਸਮਾਏ। ਔਰ ਹੁਣ ਦੇ ਯੁੱਗ 'ਚ ਹੀ ਨਹੀਂ ਹੈ, ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ ਬਾਣੀ ਦੇ ਪ੍ਰਮਾਣ ਦੇ ਰਹੇ ਹਾਂ ਅਸੀਂ। ਇਸ ਕਰਕੇ ਉਹ ਸਤਿਗੁਰ ਇਨਸਾਨ ਨਹੀਂ ਹੈ, ਔਰ ਸਾਡੇ ਅੰਦਰ ਆਉਣੀ ਹੈ ਉਹ ਪਾਵਰ, ਵਜੂਦ, ਹਸਤੀ, ਤਾਕਤ। ਮੈਂ ਗੁਰ ਪੁੱਛਿਆ ਆਪਣਾ, ਆਪਣਾ ਸਾਚਾ ਵਿਚਾਰੀ ਰਾਮ, ਸਾਚਾ ਵਿਚਾਰੀ ਰਾਮ। ਮੈਂ ਆਪਣਾ ਗੁਰੂ ਉਹਨਾਂ ਦੇ ਅੰਦਰ ਆਏ ਸੀ। ਇਹ ਗੁਰ ਦੀ ਜੋਤ ਔਰ ਸਤਿਗੁਰੂ ਉਹਨਾਂ ਦੇ ਅੰਦਰ ਆਇਆ ਸੀ। ਤੇ ਉਹਨੂੰ ਅੰਦਰ ਪੁੱਛ ਰਹੇ ਨੇ, ਇਹ ਭਵਰਾ ਫੂਲੇ ਪਵੰਤਿਆਂ, ਪਵੰਤਿਆਂ ਦੁਖ ਅਤੇ ਭਾਰੀ ਰਾਮ, ਦੁਖ ਅਤੇ ਭਾਰੀ ਰਾਮ। ਮੈਂ ਗੁਰ ਪੁੱਛਿਆ ਆਪਣਾ, ਆਪਣਾ ਸਾਚਾ ਵਿਚਾਰੀ ਰਾਮ। ਕਿੱਦਾਂ ਪੁੱਛਿਆ? ਮੈਂ ਸ਼ਬਦ ਨੂੰ ਵਿਚਾਰਿਆ। ਸ਼ਬਦ ਬਾਬੇ ਨਾਨਕ ਦਾ ਨਹੀਂ ਹੈ, ਉੱਤੋਂ ਆਇਆ ਸੀ ਸਤਿਗੁਰ ਦਾ। ਉਸ ਗੁਰ ਦਾ ਸ਼ਬਦ ਬਾਬੇ ਨਾਨਕ ਨੂੰ ਜੈਸੀ ਮੈਂ ਆਵੇ ਖਸਮ ਕੀ ਬਾਣੀ, ਉਹਨਾਂ ਨੂੰ ਬਾਣੀ ਆ ਰਹੀ ਹੈ। ਉਹ ਕਹਿੰਦਾ ਜਦੋਂ ਫਿਰ ਇਹਨੂੰ ਮੈਂ ਵਿਚਾਰਿਆ ਸ਼ਬਦ ਨੂੰ, ਆਹ ਚੀਜ਼ ਨਿਕਲਿਆ। ਗੁਰੂ ਨੂੰ ਪੁੱਛਿਆ ਹੀ ਨਹੀਂ, ਮੇਰਾ ਮੱਥਾ ਹੀ ਨਹੀਂ ਟੇਕਿਆ। ਮੈਂ ਗੁਰ ਪੁੱਛਿਆ ਆਪਣਾ। ਕੌਣ ਸੀ ਗੁਰ? ਸਾਚਾ ਸੀ। ਅੱਗੇ 10 ਵੀ ਦਰਸ਼ਨ ਲੱਗੇ ਹੈ, ਔਰ ਉਹਨੂੰ ਗੁਰ ਨੂੰ ਵਿਚਾਰਨਾ ਹੈ। ਸਤਿਗੁਰੂ ਕੀ ਚੀਜ਼ ਹੈ? ਰੋਜ਼ ਆਸਾ ਦੀ ਵਾਰ ਦੀ ਪੌੜੀ ਪੜ੍ਹਦੇ ਹੋ। ਸਤਿਗੁਰੂ ਹੈ ਬੋਹੇ ਥਾ ਜਹਾਜ਼,
ਪਹਿਲਾਂ ਸਮੁੰਦਰੀ ਜਹਾਜ਼ ਹੁੰਦੇ ਸੀ, ਉਹਨੂੰ ਬੋਹਥਾ ਕਹਿੰਦੇ ਸੀ। ਸਤਿਗੁਰੂ ਹੈ ਬੋਹਥਾ, ਵਿਰਲੇ ਕਿਨੇ ਵਿਚਾਰਨ ਲਈ ਹੈ ਸਤਿਗੁਰੂ। ਉਹਦੀ ਬਾਣੀ ਸਾਰੀ ਵਿਚਾਰਨ ਲਈ ਹੈ। ਸਤਿਗੁਰੂ ਬਾਬਾ ਨਾਨਕ ਦੀ ਪੌੜੀ ਹੈ, ਸਤਿਗੁਰੂ ਹੈ ਬੋਹਥਾ, ਪਰ ਵਿਰਲੇ ਵਿਚਾਰਨਗੇ ਉਹਨੂੰ, ਬਾਕੀ ਮੱਥਾ ਹੀ ਟੇਕਣ ਤੇ ਪੂਜਣ ਤੇ ਹੀ ਰਹਿਣਗੇ। ਸਤਿਗੁਰੂ ਹੈ ਬੋਹਥਾ, ਵਿਰਲੇ ਕਿਨੇ ਵਿਚਾਰਿਆ, ਔਰ ਉਹ ਜਿਹੜਾ ਵਿਚਾਰਨ ਵਾਲਾ ਬੰਦਾ ਹੋਊਗਾ ਉਹਨੂੰ ਫਿਰ ਕਰ ਕਿਰਪਾ ਪਾਰ ਉਤਾਰੇ। ਆਹ ਇਸੇ ਤਰ੍ਹਾਂ ਬਾਬਾ ਨਾਨਕ ਆਪਣੇ ਜਿਹੜਾ ਸ਼ਬਦ ਆਉਂਦਾ ਉਹਨੂੰ ਵਿਚਾਰ ਰਿਹਾ ਹੈ। ਮੈਂ ਗੁਰ ਪੁੱਛਿਆ ਆਪਣਾ ਆਪਣਾ, ਸਾਚਾ ਵਿਚਾਰੀ ਰਾਮ, ਸਾਚਾ ਵਿਚਾਰੀ ਰਾਮ। ਇਹ ਭਵਰਾ ਫੂਲੇ ਪਵੰਤਿਆ ਪਵੰਤਿਆ, ਦੁਖ ਅਤ ਭਾਰੀ ਰਾਮ, ਦੁਖ ਅਤ ਭਾਰੀ। ਦੇਖੋ ਗੁਰੂ ਅਮਰਦਾਸ ਸਾਹਿਬ ਕੈਸੀ ਤੁਕ ਦਿੰਦੇ ਆ, ਬੰਦੇ ਨੂੰ ਕੰਬਣੀ ਆ ਜਾਂਦੀ ਹੈ। ਔਰ ਉਸ ਵੇਲੇ ਪਤਾ ਲੱਗਦਾ ਵੀ ਸਤਿਗੁਰੂ ਜਿਹੜੀ ਜਿੰਨੇ ਵੀ ਗੁਰੂ ਪਦਵੀਆਂ ਹੋਈਆਂ ਉਹਨਾਂ ਦੇ ਅੰਦਰ ਉਹ ਸਤਿਗੁਰੂ ਮੁਕੰਮਲ ਦਾ ਮੁਕੰਮਲ ਆਇਆ ਸੀ। ਔਰ ਉਹਦੇ ਲਈ ਉਹ ਕਹਿ ਰਹੇ ਨੇ, ਜੇ ਲੱਖ ਇਸਤਰੀਆਂ ਭੋਗ ਕਰੇ, ਲੱਖਾਂ ਇਸਤਰੀਆਂ ਨੂੰ ਭੋਗ ਕਰ ਲਾ ਤੂੰ, ਪਰ ਬਿਨ ਸਤਿਗੁਰ ਸੁਖ ਨ ਹੋਈ। ਇੰਚ ਕਰੋ ਪਾਵਰ ਅੰਦਰ ਨਹੀਂ ਤੈਨੂੰ ਲਿਆਉਂਦਾ, ਤੇਰੇ ਅੰਦਰ ਉਹ ਸਤਿਗੁਰੂ ਨਹੀਂ ਆਉਂਦਾ, ਤੈਨੂੰ ਸੁੱਖ ਨਹੀਂ ਮਿਲ ਸਕਦਾ। ਭਾਵੇਂ ਆ ਹੋਈ ਹੈ ਪਾਵਰਾ ਪਵੰਤਿਆ, ਤੂੰ ਸੁਣ ਹਰਨਾ ਕਾਲਿਆ। ਔਰ ਆਪਣੇ ਮਨ ਨੂੰ ਅਖੀਰ 'ਤੇ ਜਾ ਕੇ ਕਹਿ ਰਹੇ ਨੇ, ਕਿੱਡੀ ਗਰੀਬੀ 'ਚ ਸ਼ਬਦ ਹੈ। ਔਰ ਕੱਲ ਪਵਰੇ ਕਾਲਿਆ ਹਰਨ ਦਾ ਸਾਰਾ ਜਿੰਨਾ ਹੈ ਵੀ ਜੇ ਲੱਖ ਇਸਤਰੀਆਂ ਭੋਗ ਕਰੇ, ਜਾ ਕੇ ਤੁਕਾਂ ਕੱਢਿਆ ਕਰੋ। ਸੁਰਗੇ ਬਾਬਾ ਨਾਨਕ ਖੁਦ ਕਹਿੰਦਾ, ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਣ, ਮੈਂ ਉਹਨਾਂ ਨੂੰ ਕਹਾਂਗਾ ਦਫਾ ਹੋ ਜਾਓ, ਮੈਂ ਇਹ ਰਸਤਾ ਨਹੀਂ ਫੜਨਾ। ਭੀ ਤੂੰ ਹੈ ਸਲਾਹਣਾ, ਆਖਣੇ ਲਹੇ ਨ ਚਾਓ। ਬਾਬੇ ਦਾ ਐਡਾ ਚਾਅ, ਸਾਰਾ ਨਾਮ ਜਪਣ ਤੂੰ, ਇਹ ਰੁਕਾਵਟਾਂ ਆਉਂਦੀਆਂ ਰਾਹ 'ਚ ਆ। ਇਹ ਨਹੀਂ ਹੈ ਵੀ ਹੁਰਾ ਪਰੀਆਂ ਹੈ ਨਹੀਂ, ਅੱਗੇ ਗਾਂ ਸਭ ਕੁਛ ਅਭਿਆਸੀ ਦੇ ਅੰਦਰ ਉਹਨੂੰ ਦਿਸਣ ਲੱਗ ਪੈਂਦਾ, ਸਭ ਆਉਂਦੇ, ਲੇਕਿਨ ਅੜਿੱਕੇ ਹੈ। ਕਈ ਉੱਥੇ ਫਸ ਕੇ ਬਹਿ ਜਾਂਦੇ ਆ, ਕਈ ਮੁਸਲਮਾਨ ਇਸੇ ਜੀ ਫਸੇ ਹੈ। ਉਹ ਜਿੰਨੇ ਕਾਫਰ ਜਿਹੜੇ ਸਭ ਤੋਂ ਵੱਡੇ ਉਹ ਮੰਨਦੇ, ਜਿੰਨੇ ਅਮਰੀਕਨ ਮਾਰ ਲਓਗੇ ਤੁਹਾਨੂੰ ਉਨੀਆਂ ਗਾਂ ਹੂਰਾਂ ਮਿਲਣਗੀਆਂ। ਕਿਉਂ ਦੁਨੀਆ ਦਾ ਬੇੜਾ ਗਰਕ ਕਰ ਰਹੇ ਹੋ। ਇਹ ਹੂਰਾਂ ਪਰੀਆਂ ਸਾਰੀਆਂ ਜੋ ਹੈ ਵੀ ਹੈ, ਮਤਲਬ ਨਹੀਂ ਤੁਹਾਡਾ ਵੀ ਅਲਾਉ ਕਰਦਾ। ਕੁਰਾਨ ਸ਼ਰੀਫ ਪੜ੍ਹਿਆ ਕਰੋ। ਇਹ ਜਿਹੜਾ 2 ਕਿਤਾਬਾਂ ਹੈ ਉਹਨਾਂ ਦੀਆਂ, ਕੁਰਾਨ ਸ਼ਰੀਫ, ਕੁਰਾਨ ਮਜੀਦ, ਆਲਾ ਸਭ ਤੋਂ, ਔਰ ਇੱਕੋ ਕਿਤਾਬ ਨੂੰ ਉਹ ਮੰਨਣ ਵਾਲੇ ਹੈ। ਬਾਕੀ ਹੈ ਸ਼ਰਅ ਦੀ ਕਿਤਾਬ, ਉਹ ਹੈ ਹਦੀਸ। ਜਿਹੜਾ ਅੱਲੋ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ ਸ਼ਬਦ ਆਉਂਦਾ ਹੈ, ਉਹਦੇ 'ਚ ਹਦੀਸ ਦਾ ਨਾਂ ਜਾ ਕੇ ਆਉਂਦਾ। ਔਰ ਫਿਰ ਆਉਂਦਾ ਉਸੇ ਵਿੱਚ ਸਾਬਤ ਸੂਰਤ ਦਸਤਾਰ ਸਜਾ ਸਾਰਾ। ਤਾਂ ਉਸ ਸ਼ਬਦ ਦੀ ਪਹਿਲੀ ਲਾਈਨ 'ਚ ਅੱਵਲ ਅੱਲੋ ਉਹ ਉਸ ਦੇ ਵਿੱਚ ਹਦੀਸ ਦਾ ਨਾਂ ਆਉਂਦਾ। ਸਾਡੀ ਸਾਰੀ ਸਿੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਿੱਖੀ ਨਹੀਂ ਹੈ, ਇਹ ਵੀ ਸ਼ਰਅ 'ਚ ਪੈ ਗਈ ਹੈ ਰਹਿਤਨਾਮਿਆਂ ਦੀ ਸਿੱਖੀ। ਉਹ ਰਹਿਤਨਾਮਿਆਂ ਨੂੰ ਪਿੱਛੋਂ ਰੱਖੋ, ਪਹਿਲਾਂ ਆਪਣੇ ਸ਼ਬਦ ਦੇਖੋ, ਸ਼ਬਦ ਦੇ ਸਿੱਖ ਬਣੋ। ਜੇ ਸ਼ਬਦ ਜੋ ਸਤਿਗੁਰੂ ਦੀ ਬਾਣੀ ਦੇ ਮੁਤਾਬਿਕ ਲਿਖਿਆ, ਤੁਹਾਡੇ ਲਈ ਉਹੀ ਸ਼ਰਅ ਹੈ, ਉਹੀ ਰਹਿਤਨਾਮਾ ਹੈ ਸਾਡੇ ਲਈ। ਇਸ ਕਰਕੇ ਇਹ 2 ਪਾਲਾਂ ਹੁਣ ਸਤਿਗੁਰ ਅੰਦਰ ਮਹਾਰਾਜ ਨੇ ਕੱਢਿਆ, ਉਸੇ ਕਰਕੇ ਉਹਦੇ ਬਗੈਰ ਸੁੱਖ ਨਹੀਂ। ਇਸੇ ਕਰਕੇ ਬਾਬਾ ਨਾਨਕ ਪੁੱਛ ਰਿਹਾ ਵੀ ਮੈਂ ਭਵਰੇ ਵਾਂਗੂ ਰੂਪਾਂ 'ਤੇ ਡੁੱਲਣ ਆਲੇ ਦੁਆਲੇ ਸਾਰੇ ਭਵਰਾ ਫੂਲ ਭਵੰਤਿਆ, ਤੂੰ ਇਹੋ ਜਿਹੀ ਪਏ ਆ ਵੀ ਜੇ ਲੱਖ ਇਸਤਰੀਆਂ ਵੀ ਭੋਗ ਕਰੇ ਤੂੰ, ਤਾਂ ਵੀ ਤੂੰ ਦੁਖੀ ਰਹੇਗਾ। ਬਿਨ ਸਤਿਗੁਰ ਪਾਵਨ ਨੂੰ ਸਮਝ, ਔਰ ਉਹਨੂੰ ਹੌਲੀ ਹੌਲੀ ਅੰਦਰ ਖੜਾ ਕਰ, ਫੇਰ ਇਹ ਤੇਰੇ 'ਚ ਐਬ ਨਹੀਂ ਆਉਣੇ। ਭਵਰਾ ਫੂਲੇ
ਭਵੰਤਿਆਂ ਪਿਛਲਾ ਸ਼ਬਦ ਲਿਆ ਸੀ ਤੂੰ ਸੁਣ ਹਰਣਾ ਕਾਲਿਆ ਹਰਣਾ ਕਾਲਿਆ ਕੀ ਵਾੜੀਏ ਮਾਤਾ ਰਾਮ ਕੀ ਵਾੜੀਏ ਰਤਾ ਰਾਮ। ਉਹਦਾ ਵੀ ਇਹੋ ਰਿਜ਼ਲਟ ਕੱਢਿਆ ਬਾਬੇ ਨਾ ਵੇਖ ਫਲ ਮੀਠਾ 4 ਦਿਨ 4 ਦਿਨ ਫਿਰ ਹੋਵੇ ਤਾਤਾ ਰਾਮ ਫਿਰ ਹੋਵੇ ਤਾਤਾ। ਇਹ ਸ਼ਬਦ ਆ ਸਚਾਈ ਗੁਰੂ ਬਾਬਾ ਨਾਨਕ ਦੇ ਰਿਹਾ ਭਵਰਾ ਫੂਲੇ ਭਵੰਤਿਆਂ ਭਵੰਤਿਆਂ ਦੁਖ ਅਤੇ ਭਾਰੀ ਰਾਮ ਦੁਖ ਅਤੇ ਭਾਰੀ ਰਾਮ। ਪਿੱਛੇ ਰਾਮ ਆਉਣਾ ਰਾਜਾ ਰਾਮ ਆ ਜਾਣਾ ਹੋਰ ਆ ਜਾਣੀਆਂ। ਇਹ ਪਿੰਗਲ ਦੀ ਚਾਲ ਹੈ ਪਿੰਗਲ ਰਿਸ਼ੀ ਮੁਨੀਆਂ ਦੀ ਸਭ ਤੋਂ ਪੁਰਾਣੀ ਸਾਡੀ ਪੋਇਟਰੀ ਹੈ ਇਹ ਇੰਡੀਆ ਦੀ। ਤੋ ਰਿਸ਼ੀ ਮੁਨੀਆਂ ਦੀ ਜਿਹੜੇ ਪਿੰਗਲ ਹੈ ਚਾਲ ਹੈ ਉਹਦੀ ਇਹ ਚਾਲ ਹੈ ਪਿਛਲੇ 2-4 ਜਾਂ ਪਿੰਗਲ ਦੇ ਵਿੱਚ 1-2 ਅੱਖਰ 2.5 ਲੱਗਦੇ ਨੇ ਲੇਕਿਨ ਉਹਦਾ ਮਹਿਨਾ ਕੋਈ ਨਹੀਂ ਹੁੰਦਾ। ਇੱਥੇ ਰਾਮ ਦਾ ਮਹਿਨਾ ਕੋਈ ਨਹੀਂ ਹੈ। ਬਾਕੀ ਇਸ ਤਰ੍ਹਾਂ ਤੁਹਾਨੂੰ ਬਹੁਤ ਸਾਰੇ ਲਫ਼ਜ਼ ਮਿਲਣਗੇ ਜਿਨ੍ਹਾਂ ਦਾ ਮਹਿਨਾ ਕੋਈ ਨਹੀਂ ਉਹ ਗੀਤ ਬਣਾਉਣ ਲਈ ਲਿਖੇ ਹੁੰਦੇ ਹੈ। ਭਵਰਾ ਫੂਲੇ ਭਵੰਤਿਆਂ ਭਵੰਤਿਆਂ ਦੁਖ ਅਤੇ ਭਾਰੀ ਰਾਮ ਦੁਖ ਅਤੇ ਭਾਰੀ ਰਾਮ। ਮੈਂ ਗੁਰ ਪੁੱਛਿਆ ਆਪਣਾ ਆਪਣਾ ਸਾਚਾ ਵਿਚਾਰੀ ਜਿਨ ਚਿਕਰ ਬਾਣੀ ਨੂੰ ਵਿਚਾਰਿਆ ਨਾ ਕਿਸੇ ਨੇ ਉਨ ਚਿਕਰ ਉਹਨੂੰ ਕੱਖ ਨਹੀਂ ਮਿਲਣਾ। ਸਾਚਾ ਵਿਚਾਰੀ ਵਿਚਾਰੇ ਸੱਤੇ ਗੁਰ ਆਹ ਸਤਿਗੁਰੂ ਹੈ ਬਹੁਤਾ ਵਿਰਲੇ ਕਿਨੇ ਵਿਚਾਰਿਆ ਜਿੰਨੇ ਵਿਚਾਰਿਆ ਉਹਨੂੰ ਕਰ ਕਿਰਪਾ ਪਾਰ ਉਤਾਰਿਆ। ਇਸ ਵਿਚਾਰੇ ਸੱਤੇ ਗੁਰ ਮੁਝੇ ਪੁੱਛਿਆ ਵਿਚਾਰੇ ਸੱਤੇ ਗੁਰ ਮੁਝੇ ਮੁਝੇ ਦੋ ਲਾਵਾਂ ਮੁਝੇ ਦੀਆਂ ਵਿਚਾਰੇ ਸੱਤੇ ਗੁਰ ਮੁਝੇ ਪੁੱਛਿਆ ਪਾਵਰ ਬੇਲੀ ਰਾਤੋ ਪਾਵਰ ਬੇਲੀ ਰਾਤੋ। ਆ ਦੇਖੋ ਉਹਨਾਂ ਕੀ ਹਾਲ ਹੋਇਆ। ਸੂਰਜ ਚੜਿਆ ਪਿੰਡ ਪੜਿਆ ਸੂਰਜ ਚੜਿਆ ਪਿੰਡ ਪੜਿਆ। ਸਾਰੀ ਰਾਤ ਸਾਰਾ ਦਿਨ ਸ਼ਾਮ ਤੱਕ ਸੁੰਘਦਾ ਰਿਹਾ ਭੌਰਾ ਹਰ ਫੁੱਲਾਂ ਦੀ ਖੁਸ਼ਬੂ ਨੂੰ। ਸ਼ਾਮ ਪੈ ਗਈ ਹਨੇਰਾ ਹੋਣ ਲੱਗਾ ਇੱਕ ਫੁੱਲ ਨਾਲ ਬੰਦ ਕਰਕੇ ਉਹਨੂੰ ਆਪਣੇ ਅੰਦਰ ਹੀ ਡੱਕ ਲਿਆ। ਉੱਥੇ ਸਾਰੀ ਰਾਤ ਸੁੰਘਦਾ ਰਿਹਾ ਸਭ ਕੁਛ ਕਰਦਾ ਰਿਹਾ। ਔਰ ਜਿਸ ਵੇਲੇ ਸਵੇਰੇ ਮਾਲਣ ਗਈ ਉਹ ਫੁੱਲ ਲਿਆ ਕੇ ਤੇਲ ਦੀ ਕੜਾਹੀ 'ਚ ਤਲ ਕੇ ਉਹਦਾ ਕੁਛ ਬਣਾਉਣਾ ਸੀ। ਉਹ ਤੇਲ ਦੀ ਕੜਾਹੀ 'ਚ ਤੌਣ ਲੱਗ ਪਈ। ਕਹਿੰਦੇ ਆ ਦੇਖ ਹੁਣ ਕੀ ਹੋਇਆ। ਸੂਰਜ ਚੜਿਆ ਪਿੰਡ ਪੜਿਆ ਇਹ ਤੇਲ
आवने लात्यो हे तेल तावने तात्यो। ਕੀ ਹੁੰਦਾ ਇਹੋ ਜਿਹਾ ਇੰਨਾ ਇਹੋ ਜਿਹੀਆਂ ਚੀਜ਼ਾਂ ਕਰਨ ਤੋਂ ਬਾਅਦ ਜਦੋਂ ਉਹਨੂੰ ਫਿਰ ਦੁੱਖ ਲੱਗਦੇ ਆ ਨਾ, ਇੱਥੇ ਦੁੱਖ ਲੱਗਣੀ ਹੈ, ਕਈ ਕਿਸਮ ਦੀਆਂ ਬਿਮਾਰੀਆਂ, ਪਛਤਾਵਾ, ਮਾਰੋ ਜੀਵਨ ਐਸਾ ਨਰਕ ਘੋਰ ਦਾ ਦੁਆਰਾ ਹੋ ਜਾਂਦਾ ਹੈ। ਜਿਹੜਾ ਗੁਰੂ ਅਰਜਨ ਦੇਵ ਜੀ ਜਿਹੜੀ ਕਿੰਗਡਮਸ਼ਿਪ ਖਤਮ ਹੋਈ ਆ, ਬਾਦਸ਼ਾਹ ਪਿਛਲੇ ਹੁੰਦੇ ਸੀ, ਉਹਨਾਂ ਨੂੰ ਲਿਖਦੇ ਨੇ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਸੇਜਾਂ ਦੇ ਉੱਤੇ ਮਾਣਨੀਆਂ ਸਾਰੀਆਂ ਚੀਜ਼ਾਂ, ਸੇਜ ਸੋਹਣੀ ਚੰਦਨ ਚੋਆ ਖੁਸ਼ਬੂਆਂ ਮਾਰ, ਫਿਰ ਨਰਕ ਘੋਰ ਕਾ ਦੁਆਰਾ। ਰਾਜ लीला राजन की रचना, राजलीला राजन की रचना। और फिर आफर आफर के हुक्म किए है बादशाह ने। अफारा बादशाह की कोल सारी ताकत होंदी सी, और रियायत दियां फलानी चक लियाओ, फलानी जनानी लियाओ, फलाना पारे पढ़ के हुक्म किए। आ पटियाले वाला तुसीं राजा देखदे हो, जिहदे अंदर भाई साहब जी साडे कोल बंदे मौजूद है डॉक्टर, ਜਿਹੜੇ ਐਡੀ ਡਾਕਟਰੀ ਪੜ੍ਹ ਕੇ ਸਾਰੀ ਵਲਾਇਤ ਤੋਂ ਆਏ, ਔਰ ਉਹਨਾਂ ਨੇ ਮੈਨੂੰ ਦੱਸਿਆ ਅਮਰੀਕਾ 'ਚ ਆਣ ਕੇ। ਮੈਂ ਕਿਹਾ ਜੀ ਤੁਸੀਂ ਇਹ ਐਡੀ ਤੁਹਾਡੀ ਕੁਆਲੀਫਿਕੇਸ਼ਨ ਹੈ ਅਤੇ ਤੁਸੀਂ ਪਟਿਆਲਾ ਸਟੇਟ ਦੇ ਬੰਦੇ ਸੀ, ਤੁਸੀਂ ਉੱਥੇ ਕਿਉਂ ਨਹੀਂ ਡਾਕਟਰੀ ਸ਼ੁਰੂ ਕੀਤੀ? ਕਹਿੰਦੇ ਮੈਂ ਨਹੀਂ ਉੱਥੇ ਕਰਨੀ ਸੀ। ਮੈਂ ਕਿਹਾ ਕਿਉਂ? ਕਹਿੰਦੇ ਮੈਂ ਮਹਾਰਾਜੇ ਨੂੰ ਸਾਫ਼ ਕਹਿ ਦਿੱਤਾ ਸੀ ਭੁਪਿੰਦਰ ਸਿੰਘ ਨੂੰ ਵੀ ਤੂੰ ਵੱਧ ਚੱਲਣਾ, ਮੈਂ ਤੇਰੇ ਅੰਡਰ ਨੌਕਰੀ ਨਹੀਂ ਕਰਨੀ। ਰਾਜਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਜੋ ਹੁਕਮ ਕਰਦੇ ਸੀ ਪੂਰਾ ਹੁੰਦੇ ਸੀ। ਔਰ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਆ ਦੁੱਖ ਹੈ ਲਾਗਾ ਪਵਰ ਫੂਲੇ ਪਵਨ ਤਿਆ, ਪਵਨ ਤਿਆ ਦੁੱਖ ਅਤੇ ਭਾਰੀ ਰਾਮ, ਦੁੱਖ ਅਤ ਭਾਰੀ। ਮੈਂ ਪਟਿਆਲਾ ਲੱਗੇ ਨੇ, ਉਸ ਫੋਰਟ ਦਾ ਇੰਚਾਰਜ ਸੀ ਮੈਂ, ਉਸ ਕਿਲੇ ਦਾ, ਅੰਦਰ ਮੁਬਾਰਕ ਕਿਲੇ ਦਾ ਸਾਰਾ ਆਂਦਾ। ਜਦੋਂ ਮਾਂ ਪਿਛਲੇ ਉਹਦੀਆਂ ਸਾਣੀ ਸੁਣੀ ਵੀ ਜਦੋਂ ਉਹਦੀ ਡੈਥ ਹੋਈ ਹੈ, ਉਹਦੀ ਲੋਥ ਦੇ ਲਾਗੇ ਨਹੀਂ ਸੀ ਕੋਈ ਜਾਂਦਾ ਜਿਸਮ ਦੇ। 2-2 ਮੀਲ ਤੱਕ ਬਦਬੂ ਆਉਂਦੀ ਸੀ ਉਹਦੀ ਲਾਸ਼ 'ਚੋਂ, ਕਿਉਂਕਿ ਉਹਨੇ ਇੱਕ ਉਦਾਸੀ ਰੱਖਿਆ ਸੀ। ਮਾਰ ਕੁਸ਼ਤੇ ਖਾਣੇ, ਸਾਰੇ ਬਦਫੇਲੀਆਂ ਕਰਨੀਆਂ। ਔਰ ਉਹ ਸਾਰਾ ਮਰਨ ਤੋਂ ਬਾਅਦ ਉਹ ਲੋਕ ਹਾਜ਼ਰ ਸੀ ਮੇਰੇ ਕੋਲ, ਮੇਰੇ ਅੰਡਰ ਕੰਮ ਕਰ। ਕਹਿੰਦੀ ਜੀ ਉਹ ਜਦੋਂ ਕਿਲ੍ਹਾ ਮੁਬਾਰਕ ਤੋਂ ਬਾਹਰ ਉਹ ਚੌਂਕ 'ਚ ਉਹਦੀ ਲਾਸ਼ ਕੱਢੀ ਗਈ, ਦੁਨੀਆ ਭੱਜ ਗਈ ਹੈ। ਭੁੱਖ ਇੰਨੀ ਮਤਲਬ ਆ ਵੈ, ਇੰਨਾ ਸਰੀਰ ਗਾਲ ਲੈਂਦੇ ਇਹਨਾਂ ਚੀਜ਼ਾਂ 'ਚ। ਔਰ ਆ ਉਹਨਾਂ ਦਾ ਹਾਲ ਹੁੰਦਾ ਜੋ ਬਾਬਾ ਲਿਖਦਾ, ਪਵਰ ਫੂਲ ਪਵਨ ਤਿਆ, ਪਵਨ ਤਿਆ ਇਹ ਦੁੱਖ ਅਤ ਭਾਰੀ ਰਾਮ, ਦੁੱਖ ਅਤ ਭਾਰੀ ਰਾਮ। ਮੈਂ ਗੁਰ ਪੁੱਛਿਆ ਆਪਣਾ, ਆਪਣਾ ਸਾਚਾ ਵਿਚਾਰੀ ਰਾਮ, ਸਾਚਾ ਵਿਚਾਰੀ ਰਾਮ। ਵਿਚਾਰੇ ਸੱਤੇ ਗੁਰ ਮੁਝੇ ਪੁੱਛਿਆ, ਵਿਚਾਰੇ ਸੱਤੇ ਗੁਰ ਮੁਝੇ ਪੁੱਛਿਆ, ਪਵਰ ਬੇਲੀ ਰਾਤੋ, ਪਵਰ ਬੇਲੀ ਰਾਤੋ ਸੂਰਜ ਚੜਿਆ। ਪਿੰਡ ਕਹਿੰਦੇ ਦੁੱਖ, ਸੂਰਜ ਚੜਿਆ ਪਿੰਡ ਪੜਿਆ, ਇਹ ਸੂਰਜ ਚੜਿਆ ਪਿੰਡ ਪੜਿਆ,
ਤਾਣੇ ਤਾਤਿਓ ਵੇ ਤੇਲ ਤਾਣੇ ਤਾਤਿਓ। ਇੱਥੇ ਵੀ ਬੰਦੇ ਨੂੰ ਇਹੋ ਜਿਹਾ ਰੋਗ ਸਰੀਰ ਗਲ ਜਾਂਦਾ, ਬੜਾ ਔਖਾ ਹੋ ਕੇ ਸਾਰੀ ਅੱਡੀਆਂ ਰਗ ਰਗ ਨੂੰ ਮਰਦਾ। ਉੱਥੋਂ ਬਾਅਦ ਅਗਲੀ ਸਜ਼ਾ ਤਿਆਰ ਆ, ਦੇਖੋ ਅਗਲੀ ਦੁਨੀਆ ਹੈ। ਕਈ ਕਹਿੰਦੇ ਜੀ ਇਹ ਜੰਮ ਜੁਮ ਕੋਈ ਨਹੀਂ, ਗਾਂ ਕੋਈ ਨਹੀਂ, ਬਸ ਮੌਤ ਜੰਮ ਮੌਤ ਹੋ ਗਈ, ਬੰਦੇ ਦਾ ਐਂਡ ਹੋ ਗਿਆ। ਬਾਬਾ ਕਹਿ ਆ ਦੇਖੋ ਅਗਲੀਆਂ ਸਜ਼ਾਵਾਂ ਉਸ ਬੰਦੇ ਲਈ, ਇੱਥੇ ਨਹੀਂ ਮੁੱਕ ਜਾਣੀ ਉਹਦੀ। ਇਹ ਜੰਮ ਮੱਗੇ ਬਾਂਦਾ ਖਾਏ ਚੋਟਾਂ, ਜੰਮ ਬੰਦੇ ਇਹ ਜੰਮ ਮੱਗੇ ਕਹਿੰਦੇ ਉਸ ਰਾਸਤੇ 'ਚ ਜੰਮ ਵੀ ਮਾਰਦੇ ਨਹੀਂ ਜਾਂਦੇ, ਔਰ ਉੱਥੇ ਜਾ ਕੇ ਵੀ ਬੰਨ ਕੇ ਗਾਇਆ ਫਿਰ ਚੋਟਾਂ ਖਾਂਦਾ ਹੈ। ਜੰਮ ਮੱਗੇ ਬਾਂਦਾ ਆਵੈ ਸਜਾ, ਜੋ ਸ਼ਬਦ ਕਹਿ ਰਿਹਾ ਹੈ। ਦੇ ਕਵਾੜ ਅਨਕ ਪੜਦੇ में परदारा सर फांका, धर्म राय जब लेखा मांगे तेरा कौन पर्दा ढके, कौन ढकेगा। आह ठंड पै जाती है बाणी पढ़ के। सब धन कहो गुर सत्ते गुरु, गुर सत्ते गुरु, जित मेल हार पढ़दा कजिया। कहो गुर सत्ते गुरु, गुर सत्ते गुरु, जित मेल हार पढ़दा कजिया, जित मेल हार पढ़दा कजिया। सब कहो मुखों हर हर हरे, हर हर हरे। आ देखो मोहल्ला चौथा की कह रहा, हर बोलत सब पाप लहो गया, हर बोलत सब पाप लहो गया। वाहिगुरु 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 वाहिगुरु। सत संग ते सत्ते गुर, सत संग ते सत्ते, यो ही पावर है जो बाबा नानक लिख रहा। सत संग ते सत्ते गुर, तन धन तनो, धन धन तन। ਇੰਨੀ ਵਾਰੀ ਗੁਰੂ ਰਾਮਦਾਸ ਸਾਹਿਬ ਕਾਨੜੇ ਦੀ ਵਾਰ 'ਚ ਲਿਖ ਰਹੇ ਉਹਦੀ ਸੇਵਕ। ਸਤ ਸੰਗ ਤੇ ਸੱਤੇ ਗੁਰ, ਧਨ ਤਨੋ, ਧਨ ਧਨ ਤਨੋ, ਜਿਤ ਮੇਲ ਹਾਰ ਭੁਲਗ ਬੋਲੋ ਗਿਆ, ਜਿਤ ਮੇਲ ਹਾਰ ਭੁਲਗ ਬੋਲੋ। ਇਹ ਨਹੀਂ ਵੀ ਉਹ ਤੇ ਸੱਤੇ, ਸਤਿਗੁਰ ਦਾ ਹੈਡਕੁਆਟਰ ਨਹੀਂ ਉਹ ਸਤ ਸੰਗਤ ਆ। ਬਾਹਰਲਾ ਜਿਹੜਾ ਸਤ ਘਰ ਭਵਨ ਬਣਾਇਆ ਰਾਧਾ ਸਵਾਮੀ ਨੇ, ਉੱਥੇ ਉਹ ਸਤਸੰਗ ਨਹੀਂ। ਉਹ ਚੰਗਾ ਹੈ ਤੁਸੀਂ ਆਪਣੇ ਆਪਣੇ ਤਰੀਕੇ ਨਾਲ ਸਤਸੰਗ, ਬਾਹਰਲਾ ਸਤਸੰਗ ਘਰ ਨਹੀਂ ਜਿਹੜੇ ਬੋਰਡ ਲਾ ਦਿੰਦੇ ਨੇ। ਸਤਸੰਗ ਅੰਦਰ ਹੈ, ਨਿਰੀ ਸੰਗਤ ਬਾਹਰ ਹੈ। ਸਤਸੰਗ ਤੇ ਸੱਤੇ ਗੁਰ, ਧਨ ਤਨੋ, ਧਨ ਧਨ ਤਨੋ, ਜਿਤ ਮੇਲ ਹਾਰ ਭੁਲਗ ਬੋਲੋ ਗਿਆ, ਜਿਤ ਮੇਲ ਹਾਰ ਭੁਲਗ ਬੋਲੋ ਗਿਆ। ਸਾ ਉਸ ਵੇਲੇ ਕਹੂੰ ਮੁਖੇ, ਉਸ ਵੇਲੇ ਬੰਦੇ ਦੇ ਮੂੰਹ ਚੋਂ ਨਾਮ ਹੀ ਨਿਕਲਦਾ। ਇਹ ਹੈ ਕਰਮਖੰਡ ਦੀ ਖੇਲ। ਸਭ ਕਹੂੰ ਮੁਖੋਂ ਹਰ ਹਰ ਹਰੇ, ਉਸ ਵੇਲੇ ਪਾਪ ਲੱਥਦੇ ਫਿਰ। ਹਰ ਹਰ ਹਰੇ, ਹਰ ਬੋਲਤ ਸਭ ਪਾਪ ਲਹੋ ਗਿਆ, ਹਰ ਬੋਲਤ ਸਭ ਪਾਪ ਲਹੋ ਗਿਆ। ਹੋਰ ਥਾਂ ਲਿਖਦੇ ਮਹਾਰਾਜ ਬਾਣੀ 'ਚ ਸਭ ਸਤ
सब धन कहो गुर सत्य गुरु, गुर सत्य गुरु। जित मेल हार पड़दा कज्जिया, जित मेल हार पड़दा कज्जिया। उथे वो सतगुरु रखदा है, निर्गुण राख लिया संतन का सदका, निर्गुण राख लिया संतन का सतगुरु ढाक लिया। मोहे पापी पड़दा सतगुरु ढाक। ये बाहरला सतगुर नहीं, वो स्टेज ते जदों तू पहुंचेगा कर्मखंड दी खेल है। सतगुर ढाक लिया मोहे पापी, नहीं ते जम मगे बांदा खाहे चोटा, जम मगे बांदा खाए चोटा। शब्द बिन बेतालिया, हे शब्द बिन बेतालिया। सच कहे नानक चेते रे मन, सच कहे नानक चेते रे मरे पावरा कालिया। ए मरे पावरा कालिया, तो पावरा फूले पावंतिया, पावंतिया। दुख अत पारी राम, हे दुख अत पारी राम। असी अगले शब्द के दर्शन करते हैं। 5 नंबर शब्द है और महले पंजवें दे असी शब्द राही दर्शन कर रहे हैं। विभास प्रभाती महला पंजवा। अष्टपदियां जिथे आ जान, अष्टपदी कहते 8 पदियां वाला ये गीत, 8 स्टैंडियां दी ये पोएम है। तो 8 पदियां वाला इस गीत अष्टपदियां विभास प्रभाती महला पंजवा गुरु अर्जन देव जी की असी दर्शन कर लगे हैं। और जी हाईलाइट लाइन की है वो असी अपना तंद फड़िया है भी ये सब कुछ माया करा रही है। ये माया जित हर विसरे मोह उपजे भाव दूजा लाया। जिहड़ा माया नूं समझ गया वो तां बचेगा इस कलयुग दे विच। जे माया नूं ना समझिया तो इन्हें सारे काम ये माया कर रही है। तो महाराज कहते है भी ऐस पहला तो मैं महला पंजवा कल भी दसिया सी, जवानी उम्र दे विच जिन्हां ने इन्ना ज्ञान लिखिया। वो कहते मेरी जिहड़ी नागन सी इनू सपनी भी किया है। सपनी क्यों किया है? भाई साहब जी जिन्हों नागन लड़ जाए ना उन्होंने 12 साल सप लड़ता। फिर ये पिंडा था आम असी देखिया, जे सप ना भी लड़े तो पत छू जाता, मतलब लागे उनकी सप रह के एक अद्धा छाला पै गया। ये नागन इन्नी जहरीली चीज़ है, नाग इन्ना नहीं है। नागन महाराज ने लिखिया इस करके छाल कहते आ ਜਿਹੜੇ ਧੋਖਾ ਦੇਣ ਵਾਲੀ ਹੈ। ਕਹਿੰਦੇ ਮੇਰੀ ਅੱਜ ਤੂੰ ਇਸ ਨਾਲ ਕੁੱਟੀ ਹੋ ਗਈ। ਜਿੱਦਾਂ ਨਿਆਣੇ ਕਹਿੰਦੇ ਮੇਰੀ ਤੇ ਭਾਈ ਤੇਰੇ ਨਾਲ ਕੁੱਟੀ ਹੈ, ਮੈਂ ਨਹੀਂ ਤੇਰੇ ਨਾਲ ਬੋਲਣਾ। ਆਹ ਵਗਰੂ ਅਰਜਨ ਦੇਵ ਜੀ ਦੇਖੋ ਕਿਆ ਕਰ ਰਿਹਾ ਹੈ ਪਿੱਛੇ ਲੱਗ ਕੇ। ਛਲ ਨਾਗਨੇ ਸਿਓ ਮੇਰੀ ਟੂਟਨੀ ਹੋਈ, ਛਲ ਨਾਗਨੇ मेरी टूटने मेरी दोस्ती सी पहला पर मेरी कुट्टी हो गई ਉਹਦੇ ਨਾਲ। मैं नहीं छल नागने स्यों मेरी टूटने हो। छल नागने स्यों मेरी टूटने हो, मेरी टूटने हो।
ਮੇਰੀ ਟੁੱਟਨੇ ਕਿਸੇ ਨੂੰ ਕਹੋ ਨਾ ਭਾਈ ਆ ਕੰਮ ਨਾਮ ਜਪਿਆ ਕਰ ਸਾਰਾ ਹੀ ਛੱਡ ਤੂੰ ਜਿਹੜੇ ਬੰਨੇ ਲੱਗਾ ਉਹ ਸਾਰਾ ਉਹਨਾਂ ਨਾਲ ਨਹੀਂ ਕੁੱਟੀ ਕਰਨੀ। ਉਹ ਕਹਿੰਦੇ ਭਾਈ ਸਾਹਿਬ ਜੀ ਸਾਨੂੰ ਕੀ ਮਿਲ ਜਾਊਗਾ? ਅਸੀਂ ਕਹਾਂਗੇ ਤੁਸੀਂ ਇੱਥੇ ਚੰਗਾ ਥਾਂ ਗਾਂਚ ਕੇ ਮਿਲ ਜਾਊਗਾ, ਫਿਰ ਦੁਬਾਰਾ ਜ਼ਿੰਦਗੀ ਚੰਗੀ ਜਾਂ ਮਿਲ ਜਾਊ, ਤੁਸੀਂ ਇਹ ਰਾਸਤੇ ਆ ਜਾ। ਕਹਿੰਦੇ ਭਾਈ ਸਾਹਿਬ ਜੀ ਉੱਥੇ ਸਾਰੇ ਗੁਟਕੇ ਖੋਲ ਕੇ ਬੈਠੇ ਹੋਣੇ, ਮੈਂ ਤਾਂ ਬੋਰ ਹੋ ਜਾਊਂਗਾ ਉੱਥੇ ਜਾ ਕੇ, ਮੈਨੂੰ ਐਸੀ ਜਗ੍ਹਾ ਭੇਜੋ ਜਿੱਥੇ ਮੇਰੇ ਅੱਗੇ ਬੈਠੇ ਹੋਣ। ਹੱਡ ਬੀਤੀਆਂ ਸੀ ਤਾਂ ਰਿਕਾਰਡ ਕਰ ਲਿਆ, ਲੇਕਿਨ ਉਹ ਸਾਰੇ ਮਿਲ ਰਹੇ ਨੇ ਗਿਆਨ ਦੇ ਨਾਲ। ਹੁਣ ਅਸੀਂ ਦੇਖੀ ਦਾ ਸਾਰਾ, ਲੇਕਿਨ ਇਹ ਜਿਹੜੀ ਚੀਜ਼ ਹੈ ਉੱਥੇ ਬੰਦਾ ਬੋਰ ਨਹੀਂ ਹੁੰਦਾ। ਜਿਹੜੇ ਕਹਿੰਦੇ ਸੀ ਇੰਨੇ ਇੰਨੇ ਸਾਲ ਦੇ ਭਗਤ ਲੱਗੇ ਉੱਥੇ ਨਾਮ ਜਪਣ, ਉਹ ਬੋਰ ਨਹੀਂ ਹੋ ਜਾਂਦੇ ਕਰਮ ਕਾਂਡ ਤੇ। ਬੋਰ ਨਹੀਂ ਹੈ। ਸਾਹਿਬ ਮੇਰਾ ਨਿਤ ਨਵਾਂ ਗੁਰ ਕਿਰਪਾ ਤੇ ਨਿਤ ਨਵੇਂ ਜਿਉਂ ਜਿਉਂ ਚੜਾਈ ਹੁੰਦੀ ਨਵੇਂ ਤੋਂ ਨਵੇਂ ਸਵਾਦ ਆਉਂਦੇ ਹੈ। ਇਸ ਕਰਕੇ ਉਹ ਜਿਹੜੀ ਨਾਗਣ ਹੈ ਮਾਇਆ ਹੈ ਉਹਦੇ ਨਾਲੋਂ ਅਸੀਂ ਟੁੱਟਣਾ। ਜੇ ਮਾਇਆ ਨਾ ਸਮਝੀਏ ਕਦੀ ਮਰਨੀ ਨਹੀਂ ਹੈ। ਇਸ ਕਰਕੇ ਇਸ ਸ਼ਬਦ ਦੇ ਵਿੱਚ ਐਸੀ ਕਿਹਾ ਵੀ ਜਿਹੜਾ ਮੇਰਾ ਗੁਰੂ ਸੀ ਉਹਨੇ ਫਿਰ ਮੈਨੂੰ, ਗੁਰੂ ਨੇ ਕੋਈ ਚੀਜ਼ ਹਰ ਵਾਰੀ ਕਹੀ ਵੀ ਇਹ ਝੂਠੀ ਚੀਜ਼ ਹੈ, ਇਹਦੇ ਨਾਲ ਨਾ ਲੱਗ। ਤੇ ਆਓ ਜਿਹੜੀ ਹਾਈਲਾਈਟ ਰਹਾਓ ਤੋਂ ਬਾਅਦ ਲਾਈਨ ਕੀਤੀ ਹੈ ਅਸੀਂ ਉਹ ਚੱਕਦੇ ਹਾਂ। ਔਰ ਧੰਨ ਗੁਰੂ ਅਰਜਨ ਦੇਵ ਜੀ ਛੋਟੀ ਜਿਹੀ ਉਮਰ 'ਚ ਇੰਨਾ ਗਿਆਨ ਔਰ ਸਾਰਾ ਐਡਿਟ ਕਰਕੇ ਮੁੜ ਕੇ ਤੱਤੀਆਂ ਤਵੀਆਂ ਤੇ ਰੋਸਟ ਕੀਤੇ ਗਏ। ਆਹ ਗਿਆਨੀਆਂ ਦਾ ਹਾਲ ਹੁੰਦਾ, ਲੇਕਿਨ ਉਹਨਾਂ ਦੀ ਅਵਸਥਾ ਹੋਰ ਹੁੰਦੀ ਹੈ। ਜਿੰਨਾ ਮਰਜ਼ੀ ਉਹਨਾਂ ਨੂੰ ਤੱਤੀ ਰੇਤ ਪਾਈ, ਸਭ ਕੁਛ ਪਾਈ, ਪਰ ਉਹਨਾਂ ਦੀ ਜਿੰਦ ਚੌਥੇ ਪਦ 'ਚ ਹੁੰਦੀ ਹੈ। ਕਬੀਰ ਅਰਗਿਆਂ ਦੀ ਔਰ ਇਹਨਾਂ ਗੁਰੂਆਂ ਦੀ ਚੌਥੇ ਪਦ ਮੇਂ ਜਨ ਕੀ ਜਿੰਦ ਕਹੋ ਕਬੀਰ ਹਮਰਾ ਗੋਬਿੰਦ। ਉਹਨੂੰ ਮਾਰ ਨਹੀਂ ਸਕਦੇ। ਕ੍ਰਾਈਸਟ ਦੀ ਵੀ ਜਿੰਦ ਨਹੀਂ ਨਿਕਲੀ ਸੀ, ਉਹਨੂੰ ਜਿੰਨਾ ਮਰਜ਼ੀ ਮਾਰਿਆ ਸਾਰਾ, ਲੇਕਿਨ ਉਹ ਵੀ ਉੱਠ ਕੇ ਫਿਰ ਕਬਰ ਤੋਂ ਭੱਜ ਗਿਆ ਸੀ ਸਾਰਾ। ਇਹ ਸੱਚਾਈ ਹੈ, ਸਾਡੀ ਬਾਣੀ ਦੱਸਦੀ ਹੈ ਵੀ ਚੌਥੇ ਪਦ ਮੇਂ ਗੁਰੂ ਅਰਜਨ ਪਾਤਸ਼ਾਹ ਨੂੰ ਮਾਰ ਰਹੇ। ਪੰਥ ਪ੍ਰਕਾਸ਼ ਵੀ ਲਿਖਦਾ ਵੀ ਕੀ ਅਰਜਨ ਰਾਵੀ ਨਾ ਬੋੜਿਓ, ਵੀ ਗੁਰੂ ਅਰਜਨ ਪਾਤਸ਼ਾਹ ਕਿਸੇ ਤਰੀਕੇ ਨਾਲ ਨਾ ਮਰੇ। ਮਾਰ ਤੱਤੀ ਰੇਤ ਵੀ ਪਾਈ, ਯਾਸਾ ਦੀ ਸਜ਼ਾ ਦੇਣੀ ਸੀ ਉਹਨਾਂ ਨੂੰ। ਅਸੀਂ ਲੰਮੇ ਹਾਂ, ਅਸੀਂ ਸਭ ਰਿਕਾਰਡ ਕਰਾ ਚੁੱਕੇ ਹਾਂ। ਔਰ ਉਹਨੂੰ ਫਿਰ ਨਾ ਜਿੱਦ ਕਹਿੰਦੇ ਹੁਣ ਇਹਨੂੰ ਰਾਵੀ 'ਚ ਰੋੜ ਸਿੱਟੋ, ਇਹ ਮਰਦਾ ਤੇ ਹੈ ਨਹੀਂ। ਤੋ ਇਸ ਕਰਕੇ ਮਰਦਾ ਨਹੀਂ ਕਦੀ ਵੀ। ਉਹਨਾਂ ਦੀ ਜਿੰਦ ਆਪਣੇ ਕਾਬੂ 'ਚ ਹੁੰਦੀ, ਜਦੋਂ ਮਰਜ਼ੀ ਉਹ ਪ੍ਰਾਣ ਛੱਡਣ। ਲੇਕਿਨ ਚੌਥੇ ਪਦ ਮੇਂ ਜਨ ਕੀ ਜੰਗ ਆ। ਇਸ ਕਰਕੇ ਇਹ ਜਿਉਂ ਜਿਉਂ ਅਸੀਂ ਇਹਨੂੰ ਸਮਝਾਂਗੇ ਔਰ ਇਹੋ ਜਿਹੇ ਨੂੰ ਮਾਣਾ ਜਿਹੜਾ ਗੁਰੇ ਕਿਹਾ ਇਹਦੇ 'ਚ ਆਏਗਾ ਲਫ਼ਜ਼ ਗੁਰੇ ਕਿਹਾ ਹੈ, ਸਤਿਗੁਰ ਨੇ ਕਿਹਾ। ਉਹ ਜਿਹੜੇ ਸਤਿਗੁਰੂ ਪਾਵਰ ਹੈ ਜਦੋਂ ਅੰਦਰ ਆਉਂਦੀ ਹੈ ਉਹਦੀ ਸਾਰੀ ਸਿਫਤ ਹੈ ਸਾਰੇ 'ਚ। ਛਲ ਨਾਗ ਨੇ ਸਿਓ ਮੇਰੀ ਟੂਟਨੇ ਹੋਈ, ਪਹਿਲੀ ਵਾਰੀ ਦਾਸ ਬੋਲੇਗਾ ਚੁੱਪ ਕਰਕੇ ਸੁਣ ਲੈਣਾ, ਭਾਵੇਂ ਆਉਂਦਾ ਹੋਵੇ। ਫਿਰ ਦੇਖੋ ਦੋ ਪਾਰਟੀਆਂ ਬਣਦੇ, ਇੱਕ ਬੰਨੇ ਦਾਸ ਸੇਵਾ ਕਰੇਗਾ, ਬਾਕੀ ਸਾਰੇ ਰਲ ਕੇ ਸ਼ਬਦ ਦੇ ਦਰਸ਼ਨ ਕਰਕੇ ਪੜ੍ਹਨਾ ਹੈ। ਛਾਲ ਨਾਗ ਨੇ ਸਿਓ ਮੇਰੀ ਟੂਟਨੇ ਹੋਈ, ਗੁਰੇ ਕਹਿਆ ਇਹ ਝੂਠੀ ਤੋਹੀ, ਇਹ ਗੁਰੇ ਕਹਿਆ ਇਹ ਝੂਠੀ ਤੋਹੀ ਧੋਖਾ ਵੈ। ਤੋਹੀ ਲਿਖੀ ਹੈ ਕਾਫੀਆਂ ਬਣਾਉਣ ਲਈ ਪਿਛਲੇ ਗੀਤ। ਤੋ ਗੁਰੂ ਮੇਰੇ ਨੇ ਕਿਹਾ ਧੋਖਾ ਬਾਜ ਨੂੰ ਧਿਆਨ ਨਾ ਤੁਰ। ਇਹ ਗੁਰੇ ਕਹਿਆ ਇਹ ਝੂਠੀ ਤੋਹੀ, ਇਹ ਗੁਰੇ ਛਲ ਨਾਗ ਨੇ ਸਿਓ ਮੇਰੀ ਟੂਟਨੇ ਹੋਈ, ਛਲ ਨਾਗ ਨੇ ਸਿਓ ਮੇਰੀ ਟੂਟਨੇ ਹੋਈ। ਇਹ ਗੁਰੇ ਕਹਿਆ ਇਹ ਝੂਠੀ ਤੋਹੀ, ਮੁਖੇ ਮੀਠੀ ਨਾਲ ਨਹੀਂ ਬੋਲਣਾ, ਸੁਣੋ ਪਹਿਲਾਂ। ਇਹ ਮੁਖੇ ਮੀਠੀ ਖਾਈ ਕੋਰਾਏ,
ਇਹ ਮੁਖੇ ਮੀਠੀ ਖਾਈ ਕੁਰਾ। ਆ ਮਾਇਆ ਦੇ ਗੁਣ ਦੱਸ ਰਹੇ ਨੇ ਵੀ ਮੂੰਹ 'ਚ ਤੈਨੂੰ ਇਹ ਮਿੱਠੀ ਬੜੀ ਲੱਗੂਗੀ, ਪਰ ਬਾਅਦ 'ਚ ਜਦੋਂ ਤਾਤੋ ਲੱਗਾ ਨਾ ਬਈ ਜਿੰਨੀ ਮਾਇਆ ਬੜੀ ਮਿੱਠੀ ਹੈ ਤੂੰ ਮੂੰਹ 'ਚ ਪਾ ਲੈਣਾ, ਇਹ ਏਦਾਂ ਜਿੱਦਾਂ ਖੰਡ 'ਚ ਜ਼ਹਿਰ ਲਪੇਟ ਕੇ ਮੂੰਹ 'ਚ ਪਾ ਲਿਆ, ਮਗਰੋਂ ਆਂਦਰਾਂ ਤੱਕ ਪਾੜ ਛੱਡਦਾ ਉਹ ਜ਼ਹਿਰ। ਫਿਰ ਇਸ ਕਰਕੇ ਪਹਿਲਾਂ ਮਿੱਠੀ ਲੱਗੂਗੀ। ਇਹ ਮੁਖੇ ਮੀਠੀ ਖਾਈ ਕੋਰਾਏ। ਪਰ ਮੈਨੂੰ ਨਹੀਂ ਇਹ ਕੁਛ ਕਹਿ ਸਕਦੀ। ਆ ਤੀਸਰੀ ਤੋਂ ਕਹਿ ਅੰਮ੍ਰਿਤ ਨਾਮੇ ਮਨ ਰਹਿਆ ਅਗਾਏ। ਅੰਮ੍ਰਿਤ ਨਾਮੇ ਮਨ ਰਹਿਆ ਅਗਾਏ। ਅਗਾਏ ਕਹਿੰਦੇ ਮੇਰਾ ਮਨ ਰੱਜਿਆ ਪਿਆ ਨਾਮ ਨਾਲ। ਮੈਂ ਇਹੋ ਜਿਹੀ ਖੂਬਸੂਰਤੀ ਨੂੰ, ਇਹੋ ਜਿਹੇ ਜਿਹੜੇ ਜਿੱਦਾਂ ਮਾਇਆ ਪੈਂਦੀ ਆ, ਮੈਂ ਝਾੜੂ ਨਹੀਂ ਮਾਰਦਾ ਇਹਨੂੰ, ਮੇਰੇ ਕੋਲ ਡੱਟਦੇ ਨਹੀਂ ਲੱਗੇ। ਕਬੀਰ ਸਾਹਿਬ ਨੇ ਕਿਹਾ ਨਾਕੋਂ ਕਾਟੀ ਕਾਨੋਂ ਕਾਟੀ काट कूट के डारी, कहो कबीर संतन की बैरन तीन लोग की प्यारी। बाबा गुरु कबीर साहब कहते पहले दी मैं नक वड्डी है, सारा रूप तिखी नक तो पैंदा बंदे नूं। नाकों काटी, फिर कन्ना तो मैं कोई निंदिया चुगली नहीं सुनता, ये कन भी मैं वढ़ हटे फड़ के। नाकों काटी कानों काटी, और फिर मैं इनू कुटिया भी रज के, काट कूट के डारी। अरे कहो कबीर संतन की बैरन तीन लोग की प्यारी। तो ओदे भाई महाराज ने चार लाइना कट्ठियां पढ़निया। छल नागने स्यों मेरी टूटने होई, छल नागने स्यों मेरी टूटने होई। तेरे घोरे कहया ਇਹ ਝੂਠੀ ਧੋਹੀ, ਮੈਂ ਗੁਰ ਕਹਿ ਅਰਾਰੇ ਦੀ ਸਿਹਾਰੀ ਬੁਲਾਉਣੀ ਹੈ। ਗੁਰੇ ਕਹਿਆ ਇਹ ਝੂਠੀ ਧੋਹੀ, ਮੁਖੇ मीठी खाई कोराए। मुखे मीठी खाई कोराए। चार चार लाइनां कट्ठियां पढ़नियां। हुण चौथी च निचोड़ कढणगे हर चौथी लाइन च। अमृत नामे मन रहा अघाए। अमृत नामे और शब्द शुरू तो लईए। प्रभास प्रभाती महला पंजवा, अष्टपदियां, पन्ना 1347, पेज 1347। मात पिता भाई सुत बनता, मात पिता भाई सुत बनता। चूगे चोग आनंद से जुगता, चूगे चोग आनंद से जुगता। माता पिता भाई सुत कहंदे पुत्र नूं, बनता कहंदे घर वाली नूं। इन्हां दे विच ही तूं रुझिया पिया, और तू चोगा चुग रहा, आनंद कर रहा। असीं इसे च ही रहना, पर देखो किदां विचे माया पाया, किदां माया तू परे हुंदा। गुरु अर्जन देव जी कहंदा ये सब कुछ असीं भोगदे होए, पर आ देखियो कि तू इन्हां च उलझ गया, फस गया, और रब नूं कदे नहीं याद कीता। तो इस करके मात पिता भाई सुत बनता, मात पिता भाई सुत बनता। ਆ ਜਿਹੜੇ ਸੋ ਕਾਰਡ ਸੰਤ ਹੈ ਪੰਜਾਬ ਦੇ, ਉਹਨਾਂ ਲਈ ਸ਼ਬਦ ਨਹੀਂ ਹੈ। ਡੇਰਾ ਬਾਜਾਂ ਵਾਲੇ ਲਈ ਨਾ ਤੇ ਉਹਨਾਂ ਦੀ ਮਾਂ, ਨਾ ਪਿਤਾ, ਨਾ ਪੁੱਤ, ਨਾ ਸੁੱਤ, ਨਾ ਸਾਰਾ, ਨਾ ਘਰ ਵਾਲੀ, ਉਹਨਾਂ ਲਈ ਸ਼ਬਦ ਨਹੀਂ ਹੈ।
ਉਹ ਪਹਿਲਾਂ ਹੀ ਛੇਕੇ ਪਏ ਇਸ ਗਿਆਨ ਦੇ ਹਿਸਾਬ ਨਾਲ, ਉਹ ਤਾਂ ਗੁਰੂ ਦੀ ਲਾਈਨ ਤੇ ਨਹੀਂ ਹੈ। ਇਹ ਮਾਤ ਪਿਤਾ ਭਾਈ ਸੁਤ ਬਣਤਾ, ਮਾਤ ਪਿਤਾ ਭਾਈ ਸੁਤ ਬਣਤਾ। ਸੁਤ ਤੇ ਬਣਤਾ ਦੋ ਲਫ਼ਜ਼ ਬਾਹਰ ਆਉਣਗੇ। ਸੁਤ ਮੈਨੇ ਪੁੱਤਰ, ਧੀ ਦਾ ਤਾਂ ਨਹੀਂ ਨਾਂ ਲਿਖਿਆ ਵੀ ਪੁੱਤਰ ਜ਼ਿਆਦਾ ਪਿਆਰੇ ਹੁੰਦੇ। ਧੀ ਨੂੰ ਤੇ ਵਿਚਾਰੇ ਨੂੰ ਕੋਈ ਪੁੱਛਦਾ ਹੀ ਨਹੀਂ ਹੈ। ਇਸ ਕਰ ਇਹ ਮਾਤ ਪਿਤਾ ਭਾਈ ਸੁਤ ਬਣਤਾ, ਇਹ ਮਾਤ ਪਿਤਾ ਭਾਈ ਸੁਤ ਬਣਤਾ। ਇਹ ਚੋਗੇ ਚੋਗ ਆਨੰਦ ਸਿਉ ਜੁਗਤਾ, ਤੇ ਚੋਗੇ ਚੋਗ ਆਨੰਦ ਸਿਉ ਜੁਗਤਾ। ਉਰਜ ਭਰਿਓ ਮਨ ਮੀਠ ਮੁਹਾਰਾ, ਉਰਜ ਭਰਿਓ ਮਨ ਮੀਠ ਮੁਹਾਰਾ। ਆਈ ਚੌਥੇ ਦਿਨ ਜਰੂਰ ਹੋਇਆ ਤੂੰ ਕਰਨਾ ਸੀ ਗੁਣ ਗਾਹਕ, ਮੇਰੇ ਪ੍ਰਾਨ ਆਧਾਰਾ। ਇਹ ਗੁਣ ਗਾਹਕ ਮੇਰੇ ਪ੍ਰਾਨ ਆਧਾਰਾ। ਉਤਲੀਆਂ ਤੋਂ ਕਰ ਰਹਾਉ ਚ ਸਮਾਉਣ ਲੱਗੀਆਂ। ਰਹਾਉ ਕੀ ਹੈ? ਏਕ ਹਮਾਰਾ, ਏਕੋ ਏਕੋ ਹਮਾ, ਕੱਕੇ ਦਾ ਔਂਕੜ ਬੁਲਾਉਣਾ। ਏਕੋ ਹਮਾਰਾ ਅੰਤਰਯਾਮੀ, ਏਕੋ ਹਮਾਰਾ ਅੰਤਰਯਾਮੀ। ਇੱਕੋ ਦਾ ਆਸਰਾ ਲੈਣ ਲੱਗੇ, ਕਿਸੇ ਗੁਰੂ ਦਾ ਨਹੀਂ, ਕਿਸੇ ਇਨਸਾਨ ਦਾ ਨਹੀਂ, ਕਿਸੇ ਦੇਵੀ ਦੇਵਤੇ ਦਾ ਨਹੀਂ। ਗੁਰੂ ਅਰਜਨ ਪਾਤਸ਼ਾਹ ਰਹਾਉ ਆ ਰਿਹਾ ਉਹਨਾਂ ਦਾ, ਉਹ ਕਹਿੰਦੇ ਏਕੋ ਹਮਾਰਾ ਅੰਤਰਜਾਮੀ। ਜੇ ਲਫ਼ਜ਼ ਸਮਝ ਗਏ ਨਾ, ਸਦਾ ਹੀ ਤੁਸੀਂ ਅੰਦਰਗਤੇ ਧਿਆਨ ਰੱਖੋਗੇ। ਫਿਰ ਅੰਤਰਜਾਮੀ ਕਹਿੰਦੇ ਆ ਰੱਬ ਦਾ ਬਾਹਰ ਜਾਮੀ ਨਹੀਂ ਹੈ। ਰੱਬ ਦਾ ਬਾਹਰ ਹੈਡਕੁਆਟਰ ਨਹੀਂ ਹੈ। ਰੱਬ ਦਾ ਹੈਡਕੁਆਟਰ ਇਨਸਾਨ ਦਾ ਹਿਰਦਾ ਹੈ। ਅੰਦਰ ਉਹਨੇ ਮਿਲਣਾ, ਅੰਦਰ ਸਾਰਾ ਕੁਛ ਹੋਣਾ। ਤੂੰ ਕਹਿੰਦਾ ਮੇਰਾ ਏਕੋ ਹਮਾਰਾ ਕਿਹੜਾ ਹੈ? ਜਿਹੜਾ ਮੇਰੇ ਅੰਦਰ ਹੈ। ਏਕੋ ਹਮਾਰਾ ਅੰਤਰਜਾਮੀ, ਏਕੋ ਹਮਾਰਾ ਅੰਤਰਜਾਮੀ। ਇਹ ਧਰ ਏਕਾ ਮੈਂ ਟਿਕ ਏਕਸ ਕੀ, ਇਹ ਧਰ ਏਕਾ ਮੈਂ ਟਿਕ ਏਕਸ ਕੀ। ਸਿਰ ਸ਼ਾਹਾਂ ਵੱਡ ਪੁਰਖ ਸੁਆਮੀ, ਇਹ ਸਿਰ ਸ਼ਾਹਾਂ ਵੱਡ ਪੁਰਖ ਸੁਆਮੀ। ਕੋਈ ਨਾਮੋ ਨਿਸ਼ਾਨ ਹੈ ਕਿਸੇ ਗੁਰੂ ਨੂੰ ਯਾਦ ਕੀਤਾ? ਜਿੱਦਾਂ ਅਸੀਂ ਗੁਰੂਆਂ ਦੇ ਗੁਰਪੁਰਬ, ਗੁਰੂਆਂ ਵੱਲ ਮੂੰਹ ਮੈਂ ਰੱਬ ਵੱਲ ਪਿੱਠ ਹੈ ਸਿੱਖੀ ਦੀ। ਕਿਸੇ ਕੋਈ ਰੱਬ ਵੱਲ ਤਿਆਰ ਨਹੀਂ, ਸਭ ਗੁਰੂ ਵੱਲ ਜਾਂ ਸਾਰਾ। ਲੇਕਿਨ ਰਹਾਓ ਦੇਖੋ ਕਹਿੰਦਾ ਕਿਹੜੀ ਮੇਰੀ ਟੇਕ ਹੈ। ਏਕ ਹਮਾਰਾ, ਏਕੋ ਏਕੋ ਹਮਾਰਾ ਅੰਤਰਯਾਮੀ। ਸ਼ਬਦ ਤੂੰ ਬੇਮੁਖਾ ਸਿੱਖੀ, ਜਿੰਨੇ ਬੰਨੇ ਲਾਈ, ਜਿੰਨੇ ਲਾਈ ਗੱਲਾਂ ਉਹਦੇ ਨਾਲ, ਉਹ ਗੱਲੀ ਉਹਦੇ ਨਾਲ ਹੀ ਉੱਠ ਚੱਲੀ। ਜਿੱਦਾਂ ਦੀ ਕਿਸੇ ਨਾਲ ਪਰਚਾ, ਐਸਾ ਕੋਈ ਸਿੱਖੀ ਜਾਂ ਕੋਈ ਆਪਣੀ ਸ਼ਬਦ ਨਾਲ ਨਹੀਂ ਦੇਖਦਾ। ਅਸੀਂ ਇੱਕ ਦੇ ਪੁਜਾਰੀ, ਸਾਰੀ ਦੁਨੀਆ ਨਾਲੋਂ ਜ਼ਿਆਦਾ ਅਸੀਂ ਇੱਕ ਨੂੰ ਮੰਨਣ ਵਾਲੇ ਆ। ਏਕੋ ਹਮਾਰਾ ਅੰਤਰਯਾਮੀ, ਏਕੋ ਹਮਾਰਾ। ਇੱਕ ਜਲੂਸ ਨਿਕਲ ਰਿਹਾ ਸੀ, ਸਾਰੇ ਜਲੂਸ ਇਹ ਕਿਹਾ ਆ ਕਿਹਦਾ ਜਲੂਸ ਹੈ ਜੀ? ਇਹ ਗੁਰੂ ਨਾਨਕ ਪਾਤਸ਼ਾਹ ਦਾ ਜਲੂਸ ਜਾ ਰਿਹਾ। ਵਾਹ ਵੀ ਵਾਹ, ਬੜੀ ਰੌਣਕ। ਆ ਕਿਹਦਾ ਜਲੂਸ ਲੰਘਿਆ ਜੀ? ਇਹ 10ਵੇਂ ਪਾਤਸ਼ਾਹ ਦੇ। ਉਹ ਕਹਿੰਦੇ ਯਾਰ ਆਹ ਬੜਾ ਵੱਡਾ ਲੰਬਾ ਜਲੂਸ ਇਹਦਾ ਜੀ, ਇਹ 5 ਪਿਆਰਿਆਂ ਦਾ ਜਲੂਸ ਹੈ। ਉਹ ਸਾਰੇ ਜਲੂਸ ਨੰਗੇ ਸਾਰੇ, ਤੇ ਪਿੱਛੋਂ ਦੁਨੀਆ ਦੇਖ ਰਹੀ ਸੀ ਆਲੇ ਦੁਆਲੇ। ਪਿੱਛੋਂ ਇੱਕ ਜੀ ਟੁੱਟੇ ਜੇ ਟੱਟੂ ਤੇ ਚੜਿਆ, ਝੰਡਾ ਹੱਥ 'ਚ ਫੜਿਆ। ਓਏ ਸਾਰਿਆਂ ਦੇ ਜਨਮ ਦਿਨ ਤੋਂ ਮਨਾ ਲਿਆ, ਮੇਰਾ ਵੀ ਅੱਜ ਜਨਮ ਦਿਨ ਹੈ। ਕਹਿੰਦਾ ਤੂੰ ਕੌਣ ਹੈ? ਤੇਰਾ ਜਨਮ ਦਿਨ? ਕਹਿੰਦੇ ਮੈਂ ਰੱਬ ਵਾਂ, ਮੈਂ ਰੱਬ ਹੈ,
ਮੇਰਾ ਜਨਮ ਦਿਨ ਕੋਈ ਨਹੀਂ ਮਨਾਉਂਦਾ, ਸਾਰੇ ਇੱਕ ਕਹਿੰਦੇ ਆ ਸ਼ਬਦ ਜਿਹਨਾਂ ਦਾ ਮਨਾ ਰਹੇ ਉਹ ਇੱਕ ਦਾ ਮਨਾ ਰਹੇ ਨੇ। ਏਕੋ ਹਮਾਰਾ ਅੰਤਰਜਾਮੀ, ਏਕੋ ਹਮਾਰਾ ਅੰਤਰਜਾਮੀ। ਉਹ ਕੌਣ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਫੜਿਆ ਉਹਨੇ ਨੇ, ਫਤਿਹ ਖੰਡੇ ਦੀ ਧਾਰ ਚ ਸਾਨੂੰ ਗੁਰਮੰਤਰੀਏ ਦੇਤਾ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕੋ ਹਮਾਰਾ ਅੰਤਰਜਾਮੀ, ਇਹ ਧਾਰ ਏਕਾ ਮੈਂ ਟਿਕ ਏਕਸ ਕੀ। ਇਹ ਧਾਰ ਏਕਾ ਮੈਂ ਟਿਕ ਏਕਸ ਕੀ। ਇਹ ਸਿਰੇ ਸ਼ਾਹਾਂ ਵੱਡ ਪੁਰਖ ਸੁਆਮੀ, ਸਿਰੇ ਸ਼ਾਹਾਂ ਵੱਡ ਪੁਰਖ ਸੁਆਮੀ। ਏਕੋ ਹਮਾਰਾ ਅੰਤਰਜਾਮੀ। ਰਹਾਉ ਤੋਂ ਬਾਅਦ ਆ ਪਹਿਲੀ ਤੋਂ ਸ਼ੁਰੂ ਹੋਣ ਲੱਗੀ ਔਰ ਇਹ ਗਾਂ ਸ਼ਬਦ ਅਸੀਂ ਚੱਲਦਾ ਰੱਖਾਂਗੇ। ਲੇਕਿਨ ਇੱਕ ਦੀ ਜਿਹੜੀ ਸਾਡੀ ਪੂਜਾ ਹੈ ਸਾਰੀ, ਆ ਬਾਬਾ ਨਾਨਕ ਆਪ ਕਹਿੰਦਾ ਮੈਂ ਕਿਸੇ ਨੂੰ ਹੋਰ ਕਰਦਾ ਹੀ ਨਹੀਂ, ਕੱਖ ਨੂੰ ਕਿਸੇ ਨੂੰ ਸਮਝਦਾ ਹੀ ਨਹੀਂ, ਕੁਛ ਨਹੀਂ। ਇੱਕ ਆਖ ਆਖੈ ਸ਼ਬਦ ਭਾਖੈ, ਅਰਧ ਉਰਧ ਦਿਨ ਰਾਤੇ। ਆਹ ਇੱਕ ਆਖ ਆਖੈ ਸ਼ਬਦ ਭਾਖੈ, ਅਰਧ ਉਰਧ ਦਿਨ ਰਾਤੇ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੋਖ ਉਜਲ ਸਦਾ ਸੁਖੀ, ਸਦਾ ਸੁਖੀ, ਸਦਾ ਸੁਖੀ। ਨਾਨਕ ਸਿਮਰਤ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ